ਵੱਖ-ਵੱਖ ਇਲਾਕਿਆਂ ਤੋਂ ਹੁੰਦੀਆਂ ਹੋਇਆਂ, ਭੁੱਲੀਆਂ ਹੋਇਆਂ ਨੂੰ, ਭਟਕਿਆਂ ਹੋਇਆਂ ਨੂੰ ਗੁਰਮਤਿ ਦੇ ਰਾਹ ਉੱਤੇ ਪਾਉਂਦਿਆਂ ਹੋਇਆਂ, ਸੰਸਾਰੀ ਜੀਵਾਂ ਨੂੰ ਨਿਰੰਕਾਰ ਦੇ ਨਾਲ ਜੋੜਦਿਆਂ ਹੋਇਆਂ, ਭਾਈ ਮਰਦਾਨਾ ਜੀ ਨੂੰ ਮੱਕੇ ਕਾਬੇ ਦੇ ਦੀਦਾਰ ਕਰਵਾਉਂਦਿਆਂ ਹੋਇਆਂ ਸਤਿਗੁਰੂ ਮਹਾਰਾਜ ਜੀ ਸੁਲਤਾਨਪੁਰ ਆਪਣੀ ਭੈਣ ਬੇਬੇ ਨਾਨਕੀ ਜੀ ਦੇ ਘਰ ਪਹੁੰਚੇ। ਭਾਈ ਜੈ ਰਾਮ ਜੀ ਔਰ ਬੇਬੇ ਨਾਨਕੀ ਜੀ, ਜਿਨ੍ਹਾਂ ਨੇ ਅਥਾਹ ਪਿਆਰ ਸਤਿਕਾਰ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਬੈਠ ਕੇ ਵਿਚਾਰਾਂ ਵੀ ਸਾਂਝੀਆਂ ਕੀਤੀਆਂ ਔਰ ਬੇਨਤੀਆਂ ਵੀ ਕੀਤੀਆਂ ਕਿ ਤੁਸੀਂ ਕਦੇ ਵੀ ਸਾਨੂੰ ਆਪਣੇ ਹਿਰਦੇ ਵਿੱਚੋਂ, ਮਨ ਵਿੱਚੋਂ ਵਿਸਾਰਿਓ ਨਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵੀ ਜਿੱਥੇ ਜਗਤ ਗੁਰੂ ਨੇ, ਜ਼ਾਹਰ ਪੀਰ ਜਗਤ ਗੁਰੂ ਬਾਬਾ ਦਾ ਰੂਪ, ਜਿੱਥੇ ਅਕਾਲ ਦਾ ਰੂਪ ਨੇ ਜਾਂ ਕੱਲ ਤਾਰਨ ਗੁਰੂ ਨਾਨਕ ਆਇਆ ਦਾ ਰੂਪ ਨੇ, ਉੱਥੇ ਆਪਣੀ ਵੱਡੀ ਭੈਣ ਦੇ ਪ੍ਰਤੀ ਆਪਣਾ ਇੱਕ ਭਰਾ ਹੋਣ ਦਾ ਫਰਜ਼ ਵੀ ਗੁਰੂ ਸਾਹਿਬ ਜੀ ਨਿਭਾਉਂਦੇ ਨੇ। ਜੋ ਭੈਣ ਔਰ ਭਰਾ ਦਾ ਪਿਆਰ ਵੇਖਣ ਨੂੰ ਮਿਲਦਾ ਹੈ, ਅਥਾਹ ਸ਼ਰਧਾ ਪਿਆਰ ਭਰਿਆ ਪਿਆ ਹੈ ਭਾਈ ਜੈ ਰਾਮ ਜੀ ਔਰ ਬੇਬੇ ਨਾਨਕੀ ਜੀ ਦੇ ਅੰਦਰ। ਇੱਥੋਂ ਸਤਿਗੁਰੂ ਮਹਾਰਾਜ ਜੀ ਚਾਲੇ ਪਾਉਂਦੇ ਨੇ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਨਾਲ ਨੇ। ਇੱਥੋਂ ਚੱਲ ਕੇ ਸਤਿਗੁਰੂ ਮਹਾਰਾਜ ਜੀ ਹੋਰ ਕਿਹੜੇ ਰਾਵਾਂ ਤੇ, ਕਿਹੜੇ ਅਗਲੇ ਪੜਾਅ ਤੇ ਸਤਿਗੁਰੂ ਜੀ ਨੇ ਪਹੁੰਚਣਾ ਹੈ, ਉਹਦਾ ਜ਼ਿਕਰ ਕਵੀ ਸੰਤੋਖ ਸਿੰਘ ਜੀ ਕਰਦੇ ਨੇ। ਬੜੇ ਹੀ ਪਿਆਰ ਅਦਬ ਸਤਿਕਾਰ ਦੇ ਨਾਲ ਸਰਵਨ ਕਰੀਏ ਜੀ। ਚਾਰ ਕਟੀ ਰਹਿਨ ਕੂਚੋ ਦਿਨੋਂ ਦੂਰ ਗਏ ਚੱਲ। ਸਤਿਗੁਰੂ ਮਹਾਰਾਜ ਜੀ ਜਦੋਂ ਰਾਤ ਪਹਿਰ ਰਹਿੰਦਿਆਂ, ਭਾਵ ਪਉ ਫੁੱਟਣ ਦਾ ਸਮਾਂ ਜਦੋਂ ਹੋਇਆ, ਤੇ ਸਤਿਗੁਰੂ ਮਹਾਰਾਜ ਜੀ ਨੇ ਚਾਲੇ ਪਾਏ ਹਨ। ਹੋਰ ਪਈ ਲੰਘੇ ਕਿ ਉਸ ਪੰਚਮ ਹਜ਼ਾਰ ਕੋ। ਚਾਲੇ ਪਾਏ ਸਤਿਗੁਰੂ ਜੀ, ਬਹੁਤ ਦੂਰ ਤੱਕ ਦਾ ਸਫ਼ਰ ਕੀਤਾ। ਫਿਰ ਰਸਤੇ ਵਿੱਚ ਕੁਝ ਪਲ ਆਰਾਮ ਕਰਕੇ ਫਿਰ ਅੱਗੇ ਨੂੰ ਚਾਲੇ ਪਾਏ। ਫਿਰ ਇਸੇ ਤਰ੍ਹਾਂ ਰਾਤ ਦਾ ਸਮਾਂ ਆਇਆ, ਰੁਕ ਕੇ ਫਿਰ ਅੱਗੇ ਚਾਲੇ ਪਾਏ। ਕਵੀ ਜੀ ਦੇ ਮੁਤਾਬਕ ਕਿ ਹਜ਼ਾਰਾਂ ਕੋ ਸਤਿਗੁਰੂ ਮਹਾਰਾਜ ਜੀ ਨੇ ਫਿਰ ਸਫ਼ਰ ਤੈਅ ਕੀਤਾ ਹੈ। ਠਾਂਡੇ ਹੋਏ ਬੂਝੇ ਕੋ ਕਹਾਂ ਹਮ ਆਏ ਅਬ। ਤੇ ਜਦੋਂ ਹਜ਼ਾਰਾਂ ਕੋ ਦਾ ਸਫ਼ਰ ਫਿਰ ਗੁਰੂ ਸਾਹਿਬ ਜੀ ਨੇ ਤੈਅ ਕਰ ਲਿਆ, ਇੱਕ ਰਸਤੇ ਦੇ ਉੱਤੇ ਆ ਕੇ ਮਹਾਰਾਜ ਜੀ ਖਲੋ ਗਏ ਤੇ ਪੁੱਛਦੇ ਨੇ ਵੀ ਦੱਸੋ ਆਪਣੇ ਨਾਲ ਦੇ ਸਾਥੀਆਂ ਨੂੰ, ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਨੂੰ, ਵੀ ਦੱਸੋ ਅਸੀਂ ਕਿੱਥੇ ਆ ਪਹੁੰਚੇ ਹਾਂ। ਥਾਨ ਪਹਿਚਾਨੋ ਮਨ ਕੀਜੀਏ ਵਿਚਾਰ ਕੋ। ਸਾਹਿਬ ਕਹਿੰਦੇ ਇਹ ਥਾਂ ਪਹਿਚਾਨੋ, ਇਹ ਰਸਤਾ ਜਿਹੜਾ ਆਸ-ਪਾਸ ਦਾ ਇਲਾਕਾ ਜਿਹੜਾ, ਇਹਦੀ ਪਛਾਣ ਕਰੋ ਵੀ ਇੱਥੇ ਪਹਿਲਾਂ ਵੀ ਆਪਾਂ ਆ ਚੁੱਕੇ ਹਾਂ ਔਰ ਇਹ ਰਸਤਾ ਜਿਹੜਾ ਇਹ ਕਿਸ ਪਾਸੇ ਨੂੰ ਜਾਂਦਾ ਹੈ, ਪਛਾਣ ਕਰਕੇ ਦੱਸਣਾ ਕਰੋ। ਆਪ ਕਰਤਾਰ ਤੁਮ ਤਰਾ ਅਵਤਾਰ ਪਬ। ਭਾਈ ਬਾਲਾ ਜੀ ਨੇ ਅੱਗੋਂ ਜਵਾਬ ਦਿੱਤਾ ਵੀ ਮਹਾਰਾਜ ਜੀ ਤੁਸੀਂ ਆਪ ਕਰਤਾਰ ਦਾ ਰੂਪ ਹੋ, ਆਪ ਨਿਰੰਕਾਰ ਦਾ ਰੂਪ ਹੋ, ਆਪ ਸਾਰੇ ਜਗਤ ਦੇ ਮਾਲਕ ਹੋ, ਸਦਾ ਹੀ ਅਪਾਰ ਹੋ ਨ ਸ਼ੇਸ਼ ਪਾਰ ਪਾਵਈ। ਇਹ ਮਾਲਕ ਜੀ ਤੁਸੀਂ ਅਗਾਹਾਂ ਤੋਂ ਵੀ ਅਗਾਹਾਂ ਅਪਾਰ ਰੂਪ ਹੋ, ਤੁਹਾਡਾ ਅੰਤ ਕਿਸੇ ਨੇ ਨਾ ਪਾਇਆ ਤੇ ਨਾ ਕੋਈ ਪਾ ਸਕਦਾ ਹੈ। ਸ਼ੇਸ਼ ਨਾਗ ਵਰਗੇ ਵੀ ਤੁਹਾਡਾ ਮਰਮ ਨਹੀਂ ਜਾਣ ਸਕਦੇ, ਭਾਵ ਅੰਤ ਨਹੀਂ ਪਾ ਸਕਦੇ। ਇਸ ਲਈ ਸਤਿਗੁਰੂ ਮਹਾਰਾਜ ਜੀ ਆਪ ਜੀ ਤਾਂ ਵਿਸ਼ਾਲ ਰੂਪ ਹੋ। ਕਲੀ ਕਾਲ ਮੰਦ ਮਤ ਕੈ ਸੁਜਾਨੇ ਤੋਹਿ ਗਤ। ਔਰ ਅਸੀਂ ਕਲੀ ਕਾਲ ਦੇ ਵਿੱਚ ਹਾਂ, ਅਸੀਂ ਕਲਯੁਗੀ ਜੀਵ ਹਾਂ, ਅਸੀਂ ਤੁੱਛ ਬੁੱਧੀ ਦੇ ਹਾਂ, ਇਸ ਲਈ ਅਸੀਂ ਕਿਵੇਂ ਜਾਣ ਸਕਦੇ ਹਾਂ। ਨੇਤ ਨੇਤ ਕਹਿ ਵੇਦ ਕੈਸੇ ਅੰਤ ਪਾਵਈ। ਤੁਹਾਨੂੰ ਸਾਰੇ ਹੀ ਨੇਤ ਨੇਤ ਕਹਿੰਦੇ ਨੇ, ਭਾਵ ਬੇਅੰਤ 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 ਕਹਿੰਦੇ ਨੇ। ਨੇਤ ਦਾ ਅਰਥ ਜਿਹਦਾ ਕੋਈ ਅੰਤ ਨਹੀਂ, ਤੁਹਾਡਾ ਅੰਤ ਲਿਖਿਆ ਹੀ ਨਹੀਂ ਜਾ ਸਕਦਾ, ਤੁਹਾਡਾ ਭੇਦ ਜਾਣਿਆ ਹੀ ਨਹੀਂ ਜਾ ਸਕਦਾ। ਅਸੀਂ ਮਹਾਰਾਜ ਜੀ ਕਿਵੇਂ ਦੱਸ ਸਕਦੇ ਹਾਂ। ਬੋਲਿਓ ਮਰਦਾਨਾ ਇਹੋ ਜਾਣੇ ਸੋ ਥਾਨਾ। ਅੱਗੋਂ ਫਿਰ ਭਾਈ ਮਰਦਾਨਾ ਜੀ ਬੋਲ ਪਏ, ਜਦੋਂ ਭਾਈ ਬਾਲਾ ਜੀ ਨੇ ਜਵਾਬ ਦਿੱਤਾ ਵੀ ਮਹਾਰਾਜ ਤੁਸੀਂ ਆਪ ਕਰਤਾਰ ਰੂਪ ਹੋ, ਤੁਹਾਡਾ ਅੰਤ ਨਹੀਂ ਪਾਇਆ ਜਾ ਸਕਦਾ, ਤੁਸੀਂ ਵਿਸ਼ਾਲ ਰੂਪ ਹੋ, ਅਸੀਂ ਆਪਣੀ ਮੱਤ ਨਾਲ ਕਿਵੇਂ ਬਿਆਨ ਕਰੀਏ। ਨਾਲ ਹੀ ਭਾਈ ਮਰਦਾਨਾ ਜੀ ਬੋਲ ਪਏ, ਕਹਿੰਦੇ ਮਹਾਰਾਜ ਜੀ ਮੈਂ ਦੱਸਾਂ, ਮੈਨੂੰ ਥੋੜਾ ਜਿਹਾ ਪਛਾਣ ਵਿੱਚ ਆਉਂਦਾ ਹੈ। ਜਹਾਂ ਮੱਕੇ ਕੋ ਪਿਆ ਨ ਕੀ ਨਮੋ ਕੋ ਦਿਸ਼ਟਾ ਬਈ। ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਵੀ ਜਦੋਂ ਆਪਾਂ ਮੱਕੇ ਨੂੰ ਜਾ ਰਹੇ ਸੀ ਤੇ ਇਹ ਉਹ ਰਸਤਾ ਹੈ ਜਿਸ ਰਸਤੇ ਤੋਂ ਲੰਘ ਕੇ ਆਪਾਂ ਗਏ ਹਾਂ, ਵੀ ਇਹ ਉਹ ਰਸਤਾ ਹੈ ਜਿੱਥੋਂ ਲੰਘ ਕੇ ਅਸੀਂ ਮੱਕੇ ਨੂੰ ਗਏ ਸਾਂ। ਆਸ-ਪਾਸ ਜੋ ਮੈਨੂੰ ਪਛਾਣ ਦੇ ਵਿੱਚ ਆ ਰਿਹਾ, ਦੇਖਣ ਵਿੱਚ ਆ ਰਿਹਾ ਵੀ ਲੰਘੇ ਜ਼ਰੂਰ ਆ ਇਸ ਰਸਤੇ ਤੋਂ, ਪਰ ਮੈਨੂੰ ਇਦਾਂ ਲੱਗਦਾ ਵੀ ਜਦੋਂ ਮੱਕੇ ਨੂੰ ਗਏ ਸਾਂ ਉਦੋਂ ਇਸ ਰਸਤੇ ਤੋਂ ਹੀ ਗਏ ਸਾਂ। ਸੁਣਿਓ ਮੁਸਕਾਨੇ ਨੀ ਕੀ ਕੀਨਤੇ ਪਸਾਨੇ ਅਬ। ਅੱਗੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਮੁਸਕਰਾ ਕੇ ਕਹਿੰਦੇ ਭਾਈ ਮਰਦਾਨਾ ਜੀ ਤੂੰ ਚੰਗੀ ਪਛਾਣ ਕੀਤੀ ਹੈ, ਵਾਕਈ ਇਹ ਉਹ ਰਸਤਾ ਹੈ ਜਦੋਂ ਆਪਾਂ ਮੱਕੇ ਨੂੰ ਗਏ ਸਾਂ ਤੇ ਇਸੇ ਰਸਤੇ ਤੋਂ ਹੁੰਦਿਆਂ ਹੋਇਆਂ ਗਏ ਸਾਂ। ਤੂੰ ਜਿਹੜੀ ਪਛਾਣ ਕੀਤੀ ਹੈ ਬਹੁਤ ਚੰਗੀ ਕੀਤੀ ਹੈ। ਮੇਰੀ ਦਿਸ ਦੇਖ ਪੁੰਨ ਸ੍ਰੀ ਗੁਰੂ ਲਾਵਈ। ਮੇਰੀ ਦਿਸ਼ਦਾਰਤ ਭਾਈ ਬਾਲਾ ਜੀ ਕਹਿੰਦੇ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਮੁਸਕਰਾ ਕੇ ਭਾਈ ਮਰਦਾਨਾ ਜੀ ਨੂੰ ਆਖਿਆ ਵੀ ਤੂੰ ਚੰਗਾ ਪਛਾਣ ਲਿਆ ਰਸਤੇ ਨੂੰ, ਵੀ ਇਹ ਉਹੀ ਰਸਤਾ ਹੈ ਜਦੋਂ ਆਪਾਂ ਮੱਕੇ ਨੂੰ ਗਏ ਸਾਂ। ਨਾਲ ਹੀ ਭਾਈ ਬਾਲਾ ਜੀ ਕਹਿੰਦੇ ਆ, ਕਿਉਂਕਿ ਇਹ ਇਤਿਹਾਸ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੂੰ ਸੁਣਾ ਰਹੇ ਨੇ ਖਡੂਰ ਸਾਹਿਬ ਦੀ ਧਰਤੀ ਤੇ, ਇਸ ਲਈ ਉਹ ਸ਼ਬਦ ਆਪਣੇ ਲਈ ਮੈਂ ਵਰਤ ਰਹੇ ਨੇ ਵੀ ਮੇਰੇ ਵੱਲ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਵੇਖਿਆ ਹੈ। ਚਲਨ ਚਹਿਤ ਕਿਤ ਦਿਸ਼ਾ ਕੋ ਦੀਜੇ। ਸਤਿਗੁਰੂ ਮਹਾਰਾਜ ਜੀ ਕਹਿੰਦੇ ਮੇਰੇ ਵੱਲ ਵੇਖ ਕੇ ਕਹਿਣ ਲੱਗੇ ਵੀ ਦੱਸ ਹੁਣ ਆਪਾਂ ਕਿਸ ਪਾਸੇ ਨੂੰ ਚੱਲੀਏ, ਵੀ ਅੱਗੇ ਦਾ ਸਫ਼ਰ ਕਿਹੜੀ ਦਿਸ਼ਾ ਵੱਲ ਨੂੰ, ਕਿਹੜੇ ਪਾਸੇ ਨੂੰ ਕਰਨਾ ਹੈ। ਅਬ ਹੈ ਬਤਾਏ। ਇਸ ਲਈ ਭਾਈ ਬਾਲਾ ਜੀ ਹੁਣ ਤੂੰ ਦੱਸ। ਪਹਿਲਾਂ ਤੇ ਭਾਈ ਮਰਦਾਨਾ ਜੀ ਦੀ ਇੱਛਾ ਸੀ ਮੱਕਾ ਤੇ ਮਦੀਨਾ ਦੇਖਣ ਦੀ, ਹੁਣ ਤੂੰ ਦੱਸ ਵੀ ਕਿਹੜੀ ਦਿਸ਼ਾ ਨੂੰ ਆਪਾਂ ਜਾਣਾ ਕਰੀਏ। ਅਬ ਬੋਲਿਓ ਮੈਂ ਬੰਦ ਕਰ। ਕਹਿੰਦੇ ਮੈਂ ਫਿਰ ਦੋਨੋਂ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਆਖਣਾ ਕੀਤਾ, ਸੁਣਿਐ ਪ੍ਰਭਗਤ ਦਾਏ। ਇਹ ਮੁਕਤੀ ਦੇ ਦਾਤਾ ਧੰਨ ਗੁਰੂ ਨਾਨਕ ਸਾਹਿਬ ਜੀਓ। ਹੈ ਜਿਤ ਚਾਹ ਚਲੋ ਤੁਮਰੀ। ਇਹ ਵਾਹਿਗੁਰੂ ਜੀ ਮੈਂ ਕੀ ਦੱਸਾਂ, ਮੈਂ ਤੇ ਤੁਹਾਡੇ ਮਗਰ ਮਗਰ ਚੱਲਣ ਵਾਲਾ ਹਾਂ। ਜਿੱਧਰ ਤੁਹਾਡੀ ਚਾਹਤ ਹੈ, ਜਿੱਧਰ ਤੁਹਾਡੀ ਇੱਛਾ ਹੈ, ਮੈਂ ਤੇ ਉਸ ਪਾਸੇ ਨੂੰ ਹੀ ਚੱਲਣ ਵਾਲਾ ਹਾਂ। ਪਛਚਾਤ ਚਲੈ ਸੁਣਿਐ ਸੁਖਦਾਨਾ। ਇਹ ਸੁੱਖਾਂ ਦੇ ਦਾਤੇ ਧੰਨ ਗੁਰੂ ਨਾਨਕ ਸਾਹਿਬ, ਮੈਂ ਕੁਝ ਨਹੀਂ ਦੱਸ ਸਕਦਾ ਵੀ ਕਿਸ ਪਾਸੇ ਜਾਣਾ ਹੈ, ਕਿਹੜੇ ਰਾਹ ਜਾਣਾ ਹੈ। ਇਸ ਲਈ ਜਿਸ ਪਾਸੇ ਤੁਸੀਂ ਤੁਰੋਗੇ ਮੈਂ ਤੇ ਤੁਹਾਡੇ ਪਿੱਛੇ ਪਿੱਛੇ ਉਸੇ ਪਾਸੇ ਨੂੰ ਤੁਰਿਆ ਆਵਾਂਗਾ। ਸ੍ਰੀ ਗੁਰ ਪਾਖਤ ਮੇਰ ਕੇ ਉਪਰ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਫਿਰ ਕਹਿੰਦੇ ਅੱਗੋਂ ਬੋਲੇ ਨੇ ਸਾਹਿਬ, ਕਹਿੰਦੇ ਇਹ ਰਾਹ ਜਿਹੜਾ ਜਾਂਦਾ ਹੈ ਉਹ ਜਾਂਦਾ ਮੇਰ ਤੋਂ ਅਰਥ ਹੈ ਸੁਮੇਰ ਪਰਬਤ ਵੱਲ। ਇਹ ਰਸਤਾ ਸੁਮੇਰ ਪਰਬਤ ਵੱਲ ਜਾਂਦਾ ਹੈ। ਸਿੱਧ ਮੰਡਲੀ ਜਾ ਮਨ ਮਾਨਾ। ਜਿੱਥੇ ਸਿੱਧ ਮੰਡਲੀ ਬੈਠੀ ਹੋਈ ਹੈ ਮਨ ਮਾਨਾ, ਆਪਣੇ ਮਨ ਵਿੱਚ ਮਾਣ ਧਾਰ ਕੇ। ਇਸ ਤੋਂ ਪਹਿਲਾਂ ਜਦੋਂ ਮੱਕੇ ਮਦੀਨੇ ਤੋਂ ਵੀ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਸੀ ਵੀ ਚਲੋ ਸੁਮੇਰ ਪਰਬਤ ਵੱਲ ਨੂੰ ਚਲੀਏ, ਤੇ ਭਾਈ ਮਰਦਾਨਾ ਜੀ ਨੇ ਕਿਹਾ ਸੀ ਨਹੀਂ ਪਹਿਲਾਂ ਮੈਂ ਮੱਕਾ ਮਦੀਨਾ ਵੇਖਣਾ ਹੈ।
ਹੁਣ ਗੁਰੂ ਸਾਹਿਬ ਕਹਿੰਦੇ ਵੀ ਮੇਰੀ ਤਾਂ ਫਿਰ ਚਾਹਤ ਹੈ ਵੀ ਸੁਮੇਰ ਪਰਬਤ ਤੇ ਚੱਲੀਏ, ਉੱਥੇ ਸਿੱਧ ਮੰਡਲੀ ਬੈਠੀ ਹੈ ਜਿਹਦੇ ਮਨ ਵਿੱਚ ਬਹੁਤ ਵੱਡਾ ਮਾਣ ਹੰਕਾਰ ਭਰਿਆ ਪਿਆ ਹੈ। ਉਹਨਾਂ ਨੂੰ ਆਪਣੇ ਸਿੱਧ ਹੋਣ ਤੇ ਬੜਾ ਮਾਣ ਹੈ, ਉਹਨਾਂ ਨੂੰ ਆਪਣੇ ਜੋਗੀ ਹੋਣ ਤੇ ਬੜਾ ਵੱਡਾ ਮਾਣ ਹੈ, ਉਹ ਮਾਣ ਹੰਕਾਰ ਨਾਲ ਭਰੇ ਬੈਠੇ ਹਨ। ਦੇਖੈ ਸੋ ਤੈ ਥਾਨ ਚਲੋ, ਇਸ ਲਈ ਚਲੋ ਅੱਜ ਆਪਾਂ ਚੱਲ ਕੇ ਉਹ ਥਾਂ ਦੇਖਦੇ ਹਾਂ। ਸੁਣ ਜੋ ਕਰ ਬੰਦ ਉਠਿਓ ਮਰਦਾਨਾ। ਕਹਿੰਦੇ ਜਦੋਂ ਗੁਰੂ ਸਾਹਿਬ ਜੀ ਨੇ ਕਿਹਾ ਨਾ ਵੀ ਚਲੋ ਚਲੀਏ ਸੁਮੇਰ ਪਰਬਤ ਤੇ ਚੱਲਦੇ ਹਾਂ, ਸਿੱਧ ਮੰਡਲੀ ਨੂੰ ਜਾ ਕੇ ਮਿਲਦੇ ਹਾਂ, ਉਸੇ ਵੇਲੇ ਜਦੋਂ ਸਾਹਿਬ ਨੇ ਕਿਹਾ ਨਾ ਵੀ ਚਲੋ ਤੁਰੋਂ ਚੱਲੀਏ ਆਪਾਂ, ਭਾਈ ਮਰਦਾਨਾ ਜੀ ਹੱਥ ਜੋੜ ਕੇ ਬੋਲਣ ਲੱਗੇ, ਮੋਹਿ ਸੁਦਾ ਜਬ ਦੇਹੁ ਹਟਾਏ। ਸਤਿਗੁਰੂ ਮਹਾਰਾਜ ਜੀ ਮੇਰੀ ਪਹਿਲਾਂ ਇੱਕ ਬੇਨਤੀ ਸੁਣ ਲਓ ਵੀ ਪਹਿਲਾਂ ਮੇਰੀ ਭੁੱਖ ਨੂੰ ਮਿਟਾਓ, ਪਰਬਤ ਤੇ ਜਾਣਾ ਹੈ ਤੇ ਫਿਰ ਚੜ੍ਹਾਈ ਵੀ ਚੜ੍ਹਨੀ ਹੋਏਗੀ ਤੇ ਇਧਰ ਭੁੱਖ ਵੀ ਲੱਗੀ ਹੋਈ ਹੈ ਤੇ ਜਿੰਨਾ ਚਿਰ ਮੇਰੀ ਭੁੱਖ ਨਹੀਂ ਮਿਟੇਗੀ ਪਰਬਤ ਤੇ ਮੇਰੇ ਕੋਲੋਂ ਨਹੀਂ ਜਾਇਆ ਜਾਣਾ। ਇਸ ਲਈ ਪਹਿਲਾਂ ਮੇਰੀ ਭੁੱਖ ਮਿਟਾਉਣ ਦਾ ਪ੍ਰਬੰਧ ਕਰੋ, ਤਵੇ ਤੁਮਰੇ ਸੰਗ ਹੋਏ ਪਿਆਨਾ। ਤਾਂ ਮੈਂ ਤੁਹਾਡੇ ਨਾਲ ਪਿਆਨਾ ਕਰ ਸਕਦਾ, ਤਾਂ ਮੈਂ ਤੁਹਾਡੇ ਨਾਲ ਚੱਲ ਸਕਦਾ। ਪਹਿਲਾਂ ਮੇਰੀ ਭੁੱਖ ਦਾ ਪ੍ਰਬੰਧ ਕਰੋ ਜੀ। ਬਿਗਸੇ ਸੁਨ ਬੈਨ ਗੁਰੂ ਗੁਣ ਐਨ। ਸ਼ੁਭ ਗੁਣਾਂ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਭਾਈ ਮਰਦਾਨਾ ਜੀ ਤੋਂ ਸੁਣਿਆ ਵੀ ਮੈਨੂੰ ਤੇ ਭੁੱਖ ਲੱਗੀ ਹੈ, ਪਹਿਲਾਂ ਮੇਰੀ ਭੁੱਖ ਮਿਟਾਓ, ਮੈਨੂੰ ਖਾਣ ਦਾ ਕੋਈ ਪ੍ਰਬੰਧ ਕਰੋ, ਫਿਰ ਮੈਂ ਚੱਲਾਂਗਾ। ਸਤਿਗੁਰੂ ਜੀ ਮੁਸਕਰਾਏ ਹਨ। ਦਇਆ ਜਨ ਨੈਣ ਰਹੀ ਸਭ ਸਾਈ। ਕਵੀ ਜੀ ਕਹਿੰਦੇ ਜਿਨ੍ਹਾਂ ਦੇ ਨੈਣ ਨੇਤਰਾਂ ਦੇ ਵਿੱਚ ਦਇਆ ਭਰੀ ਹੋਈ ਹੈ, ਜਿਨ੍ਹਾਂ ਦੇ ਨੇਤਰਾਂ ਦੇ ਵਿੱਚ ਰਹਿਮਤ ਭਰੀ ਹੈ, ਜਿਨ ਦੇਹ ਤਰੀ ਜਗ ਤਾਰਨ ਕਾਰਨ। ਤੇ ਜਿਹਦੇ ਵੱਲ ਵੀ ਗੁਰੂ ਸਾਹਿਬ ਜੀ ਨੇ ਆਪਣੀ ਮਿਹਰ ਦਇਆ ਦ੍ਰਿਸ਼ਟੀ ਕੀਤੀ ਹੈ, ਉਹਨੂੰ ਇਸ ਜਗਤ ਤੋਂ ਹੀ ਪਾਰ ਲੰਘਾ ਦਿੱਤਾ, ਉਹ ਇਸ ਭਵਜਲ ਤੋਂ ਹੀ ਪਾਰ ਹੋ ਗਿਆ। ਭਾਵ ਉਹਦੇ ਅੰਦਰ ਸਬਰ ਤੇ ਸੰਤੋਖ ਪੈਦਾ ਹੋ ਗਿਆ। ਸਬਰ ਤੇ ਸੰਤੋਖ ਵਾਲਾ ਹੀ ਭਵਜਲ ਪਾਰ ਕਰ ਸਕਦਾ ਹੈ। ਜਿਹੜਾ ਲੱਭ ਲੋਭ ਦੇ ਰੰਗ ਵਿੱਚ ਰੰਗਿਆ ਉਹਦੇ ਲਈ ਇਹ ਭਵਜਲ ਪਾਰ ਕਰਨਾ ਔਖਾ ਹੈ। ਇਸੇ ਲਈ ਗੁਰਬਾਣੀ ਵਿੱਚ ਸਾਹਿਬ ਕਹਿੰਦੇ ਤੇਰੇ ਅੰਦਰ ਸਬਰ ਸੰਤੋਖ ਹੋਣਾ ਬੜਾ ਜ਼ਰੂਰੀ ਹੈ, ਤੇਰੇ ਮਨ ਦਾ ਸੰਤੁਸ਼ਟ ਹੋਣਾ ਹੈ। ਸਬਰ ਸੰਤੋਖ ਦਾ ਮਤਲਬ ਮਨ ਦਾ ਸੰਤੁਸ਼ਟ ਹੋ ਜਾਣਾ। ਤੇ ਜਦੋਂ ਮਨ ਸੰਤੁਸ਼ਟ ਹੋ ਜਾਏ ਫਿਰ ਭਾਵੇਂ ਥੋੜਾ ਮਿਲੇ ਤੇ ਭਾਵੇਂ ਬਹੁਤਾ ਮਿਲੇ। ਜਦੋਂ ਮਨ ਸੰਤੁਸ਼ਟ ਹੋ ਗਿਆ ਫਿਰ ਉੱਥੇ ਭਾਵੇਂ ਨਾ ਵੀ ਮਿਲੇ ਤਾਂ ਵੀ ਕੋਈ ਰੋਸ ਕੋਈ ਉਲਾਂਭਾ ਨਹੀਂ ਹੁੰਦਾ। ਇਸ ਲਈ ਸਾਹਿਬ ਜੀ ਦੀ ਨਜ਼ਰ ਦੇ ਵਿੱਚ ਇੰਨੀ ਰਹਿਮਤ ਹੈ ਕਿ ਜੇ ਕਿਸੇ ਵੱਲ ਰਹਿਮਤ ਭਰੀ ਨਜ਼ਰ ਨਾਲ ਤੱਕ ਲੈਣ ਤੇ ਉਹਦਾ ਮਨ ਅੰਦਰ ਸੰਤੁਸ਼ਟ ਹੋ ਜਾਂਦਾ ਹੈ, ਉਹਦੇ ਮਨ ਦੀਆਂ ਭੁੱਖਾਂ ਮਿਟ ਜਾਂਦੀਆਂ ਹਨ। ਦੰਭ ਵਿਦਾਰਨ ਸ੍ਰੀ ਜਗਰਾਈ। ਧੰਨ ਗੁਰੂ ਨਾਨਕ ਸਾਹਿਬ ਜੀ ਜੋ ਦੰਭ ਦਾ ਅਰਥ ਹੈ ਪਖੰਡ, ਜੋ ਪਖੰਡ ਦਾ ਨਾਸ਼ ਕਰਨ ਵਾਲੇ ਨੇ ਔਰ ਆਪਣੀ ਰਹਿਮਤ ਵਰਤਾ ਕੇ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਵਾਲੇ ਹਨ। ਮਨ ਮੈਂ ਜਿਮ ਚਾਹਤ ਹੋਵੇ। ਗੁਰੂ ਨਾਨਕ ਸਾਹਿਬ ਜੀ ਦੇ ਮਨ ਵਿੱਚ ਜੋ ਸਤਿਗੁਰੂ ਜੀ ਚਾਹਣ ਉਹੀ ਕੁਝ ਹੁੰਦਾ ਹੈ। ਗੁਰੂ ਸਾਹਿਬ ਜੀ ਜੋ ਚਾਹਣ ਉਹੀ ਕੁਝ ਹੁੰਦਾ ਹੈ। ਸੋ ਬਹੁਰੋ ਦੁਖ ਭੂਖ ਨਾ ਪਾਏ ਤੇ ਕਦਾਈ। ਜੇ ਗੁਰੂ ਮਹਾਰਾਜ ਜੀ ਚਾਹਣ ਤੇ ਕਿਰਪਾ ਕਰ ਦੇਣ ਤੇ ਉਹਦੇ ਅੰਦਰ ਫਿਰ ਇਹ ਦੁੱਖ ਤੇ ਭੁੱਖ ਉਹਨੂੰ ਕਦੇ ਸਤਾਉਂਦਾ ਹੀ ਨਹੀਂ ਹੈ। ਧਿਆਨ ਰੱਖਣਾ, ਜੇ ਸਤਿਗੁਰੂ ਜੀ ਤੁਰੁੱਠ ਜਾਣ ਤੇ ਤੁਰੁੱਠ ਕੇ ਆਪਣੀ ਮਿਹਰ ਦੀ ਨਜ਼ਰ ਕਰ ਦੇਣ ਤੇ ਜਿਹਦੇ ਉੱਤੇ ਆਪਣੀ ਮਿਹਰ ਦੀ ਨਜ਼ਰ ਕਰ ਦੇਣ ਉਹਦੇ ਅੰਦਰੋਂ ਦੁੱਖ ਤੇ ਭੁੱਖ ਸਦਾ ਲਈ ਮੁੱਕ ਜਾਂਦਾ ਹੈ। ਐਸੀ ਸਮਰੱਥਾ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਜੀ ਹਨ। ਪ੍ਰੀਤਮ ਜੋ ਕਰਤਾਰ ਕੇ ਸੇਵਕ ਪ੍ਰਾਪਤ ਹੋਵੇ। ਸਤਿਗੁਰੂ ਮਹਾਰਾਜ ਜੀ ਨੇ ਆਖਿਆ ਭਾਈ ਮਰਦਾਨਾ ਜੀ ਆ ਸੁਮੇਰ ਪਰਬਤ ਤੇ ਜਾਣ ਤੋਂ ਪਹਿਲਾਂ ਅੱਜ ਮੈਂ ਤੇਰੇ ਲਈ ਸਦਾ ਲਈ ਤੇਰੀ ਭੁੱਖ ਪਿਆਸ ਮਿਟਾ ਹੀ ਦਿਆਂ। ਅੱਜ ਤੋਂ ਬਾਅਦ ਤੂੰ ਆਪਣੇ ਮੁਖ ਤੋਂ ਕਹੇਂਗਾ ਹੀ ਨਹੀਂ ਵੀ ਮੈਨੂੰ ਭੁੱਖ ਲੱਗੀ ਹੈ। ਅੱਜ ਤੋਂ ਬਾਅਦ ਤੂੰ ਆਪਣੇ ਮੁਖ ਤੋਂ ਕਹੇਂਗਾ ਹੀ ਨਹੀਂ ਵੀ ਮੈਨੂੰ ਪਿਆਸ ਲੱਗੀ ਹੈ। ਆ ਮੈਂ ਤੈਨੂੰ ਅੱਜ ਉਹ ਰਸ ਪਿਆ ਦਿਆਂ ਜਿਸ ਰਸ ਨੂੰ ਪੀਣ ਦੇ ਨਾਲ ਮਨ ਵਿੱਚੋਂ ਭੁੱਖ ਪਿਆਸ ਸਾਰੀ ਦੀ ਸਾਰੀ ਮੁੱਕ ਜਾਂਦੀ ਹੈ। ਸੁਮੇਰ ਪਰਬਤ ਤੇ ਲਿਜਾਣ ਤੋਂ ਪਹਿਲਾਂ ਅੱਜ ਧੰਨ ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨਾ ਜੀ ਤੇ ਬੜੀ ਵੱਡੀ ਕਿਰਪਾ ਕਰਨ ਲੱਗੇ ਨੇ, ਜਿੱਥੇ ਮੋਹ ਦਾ ਤਿਆਗ ਹੋ ਜਾਣਾ ਹੈ, ਜਿੱਥੇ ਤ੍ਰਿਕੁਟੀ ਜਿਹੜੀ ਆ ਇਹ ਖਤਮ ਹੋ ਜਾਣੀ ਹੈ, ਜਿੱਥੇ 3 ਗੁਣਾ ਤੋਂ ਉੱਪਰ ਉੱਠ ਕੇ ਚੌਥੀ ਅਵਸਥਾ ਤੱਕ ਪਹੁੰਚ ਜਾਣਾ। ਕਿਉਂਕਿ ਭੁੱਖ ਪਿਆਸ ਲਾਉਣ ਵਾਲੇ ਵੀ ਆਪ ਹੀ ਸਨ। ਜਦੋਂ ਕਿਸੇ ਨੂੰ ਸਿੱਧੇ ਰਾਹ ਤੇ ਪਾਉਣਾ ਤੇ ਅੱਗੇ ਭਾਈ ਮਰਦਾਨਾ ਜੀ ਨੂੰ ਭੇਜ ਦੇਣਾ ਤੇ ਭਾਈ ਮਰਦਾਨਾ ਜੀ ਦੇ ਰਾਹੀਂ ਕਿੰਨੇ ਭੁੱਲੇ ਭਟਕੇ ਜਿਹੜੇ ਨੇ ਸਿੱਧੇ ਮਾਰਗ ਤੇ ਪੈ ਗਏ। ਇਸ ਲਈ ਭਾਈ ਮਰਦਾਨਾ ਜੀ ਦਾ ਜੀਵਨ ਬਹੁਤ ਵੱਡਾ ਮਹਾਨ ਜੀਵਨ ਹੈ, ਜਿਨ੍ਹਾਂ ਦੇ ਰਾਹੀਂ ਕਿੰਨੇ ਭੁੱਲੇ ਭਟਕਿਆਂ ਨੂੰ ਸਿੱਧਾ ਮਾਰਗ ਮਿਲ ਗਿਆ, ਇਸ ਭਵਜਲ ਚੋਂ ਤਰ ਗਏ, ਡੁੱਬਦਿਆਂ ਨੂੰ ਕਿਨਾਰਾ ਮਿਲ ਗਿਆ। ਭਾਈ ਮਰਦਾਨਾ ਜੀ ਦੀ ਸੰਗਤ ਕਰਕੇ ਅਸੀਂ ਕਦੇ ਵੀ ਭਾਈ ਮਰਦਾਨਾ ਜੀ ਦਾ ਜੀਵਨ ਜਿਹੜਾ ਉਹ ਹੌਲੇ ਵਿੱਚ ਨਾ ਲਿਆ ਕਰੀਏ, ਜਾਂ ਉਹਨਾਂ ਦੇ ਨਾਮ ਤੇ ਕੋਈ ਵੀ ਐਸੀ ਟਿੱਪਣੀ ਨਾ ਕਰੀਏ, ਕੋਈ ਐਸੇ ਟੁੱਟਕੇ ਨਾ ਬਣਾਈਏ, ਮਜ਼ਾਕੀਆ ਤੌਰ ਤੇ ਗੱਲ ਨਾ ਕਰੀਏ, ਕਿਉਂਕਿ ਭਾਈ ਮਰਦਾਨਾ ਜੀ ਦਾ ਜੀਵਨ ਬਹੁਤ ਮਹਾਨ ਉੱਚਾ ਜੀਵਨ ਹੈ। ਇਸ ਲਈ ਸਤਿਗੁਰੂ ਮਹਾਰਾਜ ਕਹਿੰਦੇ ਆ ਮੈਂ ਤੈਨੂੰ ਉਹ ਅੱਜ ਰਸ ਪਿਆਉਣਾ ਜੋ ਕਰਤਾਰ ਦੇ ਸੇਵਕ ਰੱਬ ਦੇ ਪਿਆਰਿਆਂ ਨੂੰ ਪੀਣ ਵਾਸਤੇ ਅੰਮ੍ਰਿਤ ਦਾ ਰਸ, ਜਿਹਨੂੰ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ। ਜਿਹਨੇ ਉੱਤੇ ਗੁਰੂ ਨੇ ਆਪਣੀ ਕਿਰਪਾ ਕਰ ਦਿੱਤੀ ਹੈ, ਇਹ ਅੰਮ੍ਰਿਤ ਦਾ ਰਸ ਉਹੀ ਪੀ ਸਕਦਾ ਹੈ। ਇਹ ਅੰਮ੍ਰਿਤ ਦਾ ਰਸ, ਅੰਮ੍ਰਿਤ ਦਾ ਵਪਾਰੀ ਵੀ ਉਹੀ ਬਣ ਸਕਦਾ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਜਿਹੜਾ ਪ੍ਰੀਤਮ ਹੈ ਕਰਤਾਰ, ਉਹ ਆਪਣੇ ਸੇਵਕ ਦੇ ਉੱਤੇ ਆਪਣੀ ਰਹਿਮਤ ਜਦੋਂ ਕਰਦਾ ਹੈ ਤੇ ਉਹ ਰਸ ਜਿਹੜਾ ਪੀ ਲਵੇ ਉਹ ਸਦਾ ਲਈ ਸੁਖਦਾਈ ਹੋ ਜਾਂਦਾ ਹੈ। ਉਹਦਾ ਮਨ ਸੰਤੁਸ਼ਟ ਹੋ ਜਾਂਦਾ ਹੈ, ਉਹਦੇ ਮਨ ਵਿੱਚੋਂ ਤ੍ਰਿਸ਼ਨਾ ਮੁੱਕ ਜਾਂਦੀ ਹੈ, ਉਹਦੇ ਮਨ ਵਿੱਚੋਂ ਭੁੱਖਾਂ ਮਿਟ ਜਾਂਦੀਆਂ ਨੇ, ਜਿਹਨੂੰ ਇਹ ਨਾਮ ਰਸ ਦੀ ਪ੍ਰਾਪਤੀ ਹੋ ਜਾਵੇ। ਮਾਨਵ ਔਰ ਨਾ ਆਏ ਸਕੇ। ਸਾਹਿਬ ਜੀ ਕਹਿੰਦੇ ਇਹ ਹਰ ਇੱਕ ਮਨੁੱਖ ਨੂੰ ਪ੍ਰਾਪਤ ਨਹੀਂ ਹੁੰਦਾ। ਭਾਵ ਜਿਹੜੇ ਸੰਸਾਰੀ ਜੀਵ ਨੇ, ਸੰਸਾਰ ਦੇ ਰੰਗਾਂ ਵਿੱਚ ਰੰਗੇ ਹੋਏ ਨੇ, ਉਹਨਾਂ ਨੂੰ ਇਹ ਦਾਤ ਪ੍ਰਾਪਤ ਨਹੀਂ ਹੁੰਦੀ ਹੈ। ਤਿਨ ਪੀਵਨ ਜੋਗ ਨਹੀਂ ਗਰਬਾਈ। ਕਿਉਂਕਿ ਉਹਨਾਂ ਦੇ ਅੰਦਰ ਗਰਭ ਹੁੰਦਾ ਹੈ, ਹੰਕਾਰ, ਤੇ ਹੰਕਾਰੀ ਬੰਦਾ ਇਹ ਰਸ ਪੀ ਨਹੀਂ ਸਕਦਾ। ਜੇ ਇਹ ਨਾਮ ਵਿੱਚੋਂ ਰਸ ਪੀਣਾ ਤੇ ਹੰਕਾਰ ਨੂੰ ਤਿਆਗਣਾ ਪੈਣਾ ਹੈ, ਕਿਉਂਕਿ ਇਹ ਨਿਭ ਕੇ ਰਸ ਪੀਤਾ ਜਾਣਾ ਹੈ, ਇਹ ਹੰਕਾਰ ਵਿੱਚ ਉੱਚਾ ਹੋ ਕੇ ਨਹੀਂ ਪੀਤਾ ਜਾਣਾ। ਇਸ ਲਈ ਸਭ ਕਹਿੰਦੇ ਜਿਹੜੇ ਹੰਕਾਰ ਨਾਲ ਭਰੇ ਹੁੰਦੇ ਨੇ ਉਹ ਇਸ ਰਸ ਤੱਕ ਪਹੁੰਚ ਹੀ ਨਹੀਂ ਪਾਉਂਦੇ, ਉਹ ਇਸ ਰਸ ਦਾ ਆਨੰਦ, ਰਸ ਦਾ ਇਹ ਲਾਹਾ ਪ੍ਰਾਪਤ ਕਰ ਹੀ ਨਹੀਂ ਸਕਦੇ। ਇਹ ਤਾਂ ਜਿਨ੍ਹਾਂ ਅੰਦਰ ਗਰਭ ਹੰਕਾਰ ਨਹੀਂ ਹੁੰਦਾ ਉਹ ਇਸ ਰਸ ਨੂੰ ਪ੍ਰਾਪਤ ਕਰਦੇ ਹਨ। ਆਪਣਾ ਆਪ ਜਨਾ ਬਨ ਜੇ ਨਹਿ। ਸਾਹਿਬ ਜੀ ਕਹਿੰਦੇ ਜਿਹੜਾ ਆਪਣਾ ਆਪਾ ਨਹੀਂ ਜਤਾਉਂਦਾ ਹੈ, ਜਿਹੜਾ ਆਪਸ ਕੋ ਜੋ ਜਾਣੇ ਨੀਚਾ ਸੌ ਗਨੀਏ ਸਭ ਤੇ ਉੱਚਾ। ਇਹ ਖੇਡ ਐਸੀ ਹੈ ਕਿ ਜਿਹੜਾ ਸਭ ਤੋਂ ਉੱਚਾ ਆਪਣੇ ਆਪ ਨੂੰ ਸਮਝਦਾ ਹੈ ਅਸਲ ਵਿੱਚ ਉਹਦੀ ਸੋਚ ਨੀਵੀਂ ਹੁੰਦੀ ਹੈ, ਤੇ ਜਿਹੜਾ ਆਪਣੇ ਆਪ ਨੂੰ ਸਭ ਤੋਂ ਨੀਵਾਂ ਸਮਝਦਾ ਹੈ ਅਸਲ ਵਿੱਚ ਉਹਦੀ ਸੋਚ ਸਭ ਤੋਂ ਉੱਚੀ ਹੁੰਦੀ ਹੈ। ਇਸ ਲਈ ਮਹਾਰਾਜ ਕਹਿੰਦੇ ਜਿਹੜਾ ਆਪਣਾ ਆਪਾ ਜਤਾਉਂਦੇ ਨੇ ਉਹ ਇਸ ਰਸ ਨੂੰ ਨਹੀਂ ਮਾਣ ਸਕਦੇ। ਪੀਵਤ ਸੇ ਨਿਤ ਹੋ ਤਿਪਤਾਈ। ਤੇ ਜਿਹੜੇ ਆਪਣਾ ਆਪਾ ਤਿਆਗ ਕੇ, ਤਾਂ ਹੀ ਤੇ ਮਹਾਰਾਜ ਨੇ ਕਿਹਾ ਸੀ, ਗੁਰੂ ਗ੍ਰੰਥ ਸਾਹਿਬ ਜੀ ਵੀ ਕਹਿੰਦੇ ਅੱਜ ਇਹ ਗੁਰੂ ਮਹਾਰਾਜ ਕਹਿੰਦੇ ਜੇ ਤੂੰ ਇੱਥੇ ਆਇਆ ਰਸ ਲੈਣ ਵਾਸਤੇ ਆਇਆ ਨਾ ਤੇ ਪਹਿਲਾਂ ਮਰਨ ਕਬੂਲ। ਪਹਿਲਾਂ ਮਰਨ ਕਬੂਲ ਦਾ ਅਰਥ ਆਪਣਾ ਆਪਾ ਤਿਆਗ ਦੇ ਇੱਥੇ,
ਇੱਥੇ ਮੈਂ ਮੇਰੀ ਦਾ ਤਿਆਗ ਕਰ ਦੇ, ਮੈਂ ਮੇਰੀ ਕਰਕੇ ਇੱਥੇ ਆ ਰਸ ਨਹੀਂ ਮਿਲਣਾ ਤੈਨੂੰ। ਅੰਮ੍ਰਿਤ ਰਸ ਜਿਹੜਾ ਹੈ ਜਿਹਦੇ ਵਿੱਚ ਸਦਾ ਲਈ ਅੰਦਰ ਦੀ ਤ੍ਰਿਸ਼ਨਾ, ਅੰਦਰ ਦੀ ਭੁੱਖ ਸਦਾ ਲਈ ਮਿਟ ਜਾਣੀ ਤੇ ਮਨ ਸੰਤੁਸ਼ਟ ਹੋ ਜਾਣਾ, ਉਹ ਰਸ ਮਿਲਣਾ ਹੈ। ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਭਨਾ ਕੀ ਰੇਣ ਕਾ ਤਉ ਆਓ ਹਮਾਰੇ ਪਾਸ। ਜੇ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਸਤਿਗੁਰੂ ਮਹਾਰਾਜ ਜੀ ਨੇ ਖੰਡੇ ਦੀ ਪਹੁਲ ਤਿਆਰ ਕੀਤੀ ਹੈ, ਤੇ ਉਹ ਕਿਹਨਾਂ ਨੇ ਸਭ ਤੋਂ ਪਹਿਲਾਂ ਖੰਡੇ ਦੀ ਪਹੁਲ ਕੀਤੀ ਹੈ? ਜਿਨ੍ਹਾਂ ਨੇ ਆਪਣਾ ਸੀਸ ਗੁਰੂ ਸਾਹਿਬ ਨੂੰ ਭੇਟਾ ਕੀਤਾ ਹੈ। ਨਹੀਂ ਤੇ ਹਜ਼ਾਰਾਂ ਬੈਠੇ ਨੇ, ਪਰ ਉਹਨਾਂ ਹਜ਼ਾਰਾਂ ਦੇ ਵਿੱਚੋਂ ਦੀ ਸਭ ਤੋਂ ਪਹਿਲੇ ਉਹ 5 ਨੇ ਜਿਨ੍ਹਾਂ ਨੇ ਆਪਣਾ ਸੀਸ ਭੇਟਾ ਕਰਕੇ ਆਖਿਆ ਸੀ, ਮਹਾਰਾਜ ਜੋ ਤੁਸੀਂ ਆਖਿਆ ਸਾਨੂੰ ਕਬੂਲ ਹੈ। ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਭਨਾ ਕੀ ਰੇਣ ਕਾ ਤਉ ਆਓ ਹਮਾਰੇ ਪਾਸ। ਅਸੀਂ ਆ ਗਏ ਹਾਂ ਤੁਹਾਡੇ ਕੋਲ। ਹੁਣ ਤੁਹਾਡੇ ਹੱਥ ਦੇ ਵਿੱਚ ਜੋ ਮਹਾਰਾਜ ਜੀ ਉਹ ਕਿਰਪਾਨ ਹੈ, ਇਹ ਭਾਵੇਂ ਸਾਡੀ ਗਰਦਨ ਤੇ ਚਲਾ ਦਿਓ, ਕੋਈ ਪਰਵਾਹ ਨਹੀਂ, ਕਿਉਂਕਿ ਅਸੀਂ ਸੀਸ ਤੁਹਾਨੂੰ ਭੇਟਾ ਕਰ ਦਿੱਤਾ ਹੈ, ਇਹ ਸੀਸ ਤੁਹਾਨੂੰ ਸਮਰਪਣ ਕਰ ਦਿੱਤਾ ਹੈ। ਤੇ ਜਿਨ੍ਹਾਂ ਪਹਿਲਾਂ ਮਰਨ ਕਬੂਲ ਕੀਤਾ ਤੇ ਜਦੋਂ ਖੰਡੇ ਦੀ ਪਹੁਲ ਲਈ ਹੈ, ਫਿਰ ਉਹਨਾਂ ਨੂੰ 5 ਪਿਆਰਿਆਂ ਦਾ ਨਾਮ ਦਿੱਤਾ ਹੈ। ਤੇ ਅਰਦਾਸ ਵਿੱਚ ਅਸੀਂ 5 ਪਿਆਰਿਆਂ ਨੂੰ ਚੇਤੇ ਕਰਦੇ ਹਾਂ। ਤੇ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਤਿਗੁਰੂ ਮਹਾਰਾਜ ਦੀ ਗੱਲ ਆਉਂਦੀ ਹੈ, ਤੇ ਨਾਲ ਗ੍ਰੰਥ ਦੇ ਨਾਲ ਪੰਥ ਦੀ ਗੱਲ ਆਉਂਦੀ ਹੈ ਕਿ 5 ਪਿਆਰਿਆਂ ਦੀ ਅਗਵਾਈ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਗਵਾਈ, ਕਿਉਂਕਿ ਉਹ 5 ਪਿਆਰੇ ਉਹ ਨੇ ਜਿਨ੍ਹਾਂ ਨੇ ਪਹਿਲਾਂ ਮਰਨ ਕਬੂਲ ਤੇ ਖਰੇ ਉਤਰਨਾ ਕੀਤਾ ਹੈ। ਇਸ ਲਈ ਇਹ ਰਸ ਉਹ ਪੀਵੇਗਾ ਜਿਹੜਾ ਆਪਣਾ ਆਪਾ ਤਿਆਗੇਗਾ, ਉਸ ਇਸ ਰਸ ਤੱਕ ਉਹ ਪਹੁੰਚਦਾ ਹੈ ਤੇ ਉਹ ਸਦਾ ਲਈ ਇਹਨੂੰ ਪੀ ਕੇ ਸੰਤੁਸ਼ਟ ਹੋ ਜਾਂਦਾ ਹੈ। ਭੁੱਖ ਲਗੇ ਨਹਿ ਪਿਆਏ ਸਕੇ ਕਬ, ਸਾਹਿਬ ਜੀ ਕਹਿੰਦੇ ਉਹਨੂੰ ਫਿਰ ਕਦੇ ਭੁੱਖ ਪਿਆਸ ਲੱਗਦੀ ਹੋਈ ਨਹੀਂ ਹੈ। ਹਰ ਨਾਮ ਕੇ ਸੰਗ ਰਹੇ ਲਿਵਲਾਈ, ਉਹਦੀ ਲਿਵ ਹਰੀ ਨਾਮ ਦੇ ਨਾਲ ਲੱਗ ਜਾਂਦੀ ਹੈ, ਪਰਮੇਸ਼ਵਰ ਦੇ ਨਾਮ ਨਾਲ ਉਹਦੀ ਸੁਰਤ ਜੁੜ ਜਾਂਦੀ ਹੈ। ਜਿਹਦੀ ਸੁਰਤ ਨਾਮ ਨਾਲ ਜੁੜ ਜਾਏ ਉਹਨੂੰ ਭੁੱਖ ਪਿਆਸ ਦੀ ਪਰਵਾਹ ਕੋਈ ਨਹੀਂ ਰਹਿੰਦੀ। ਤੇ ਜਿਹਨੂੰ ਭੁੱਖ ਪਿਆਸ ਸਤਾਉਂਦੀ ਹੈ ਉਹਦੀ ਲਿਵ ਨਾਮ ਦੇ ਨਾਲ ਲੱਗ ਹੀ ਨਹੀਂ ਸਕਦੀ, ਕਿਉਂਕਿ ਧਿਆਨ ਤੇ ਖਾਣ ਪੀਣ ਵਾਲੀ ਰਹਿੰਦਾ ਹੈ। ਤੇ ਜਦੋਂ ਧਿਆਨ ਖਾਣ ਪੀਣ ਵੱਲ ਰਹੇਗਾ ਉਦੋਂ ਸੁਰਤ ਨਾਮ ਨਾਲ ਕਿੱਥੇ ਲੱਗਣੀ ਹੈ? ਇਸ ਲਈ ਜਿਹਦੀ ਸੁਰਤ ਜੁੜ ਗਈ ਨਾਮ ਦੇ ਨਾਲ, ਉਹਦਾ ਧਿਆਨ ਫਿਰ ਖਾਣ ਪੀਣ ਵਾਲੇ ਪਦਾਰਥਾਂ ਵਾਲੇ ਪਾਸੇ ਨਹੀਂ ਹੁੰਦਾ। ਸਾਹਿਬ ਜੀ ਕਹਿੰਦੇ ਜਿਹਨੇ ਆਹ ਰਸ ਪੀਤਾ ਹੈ ਉਹਦੀ ਭੁੱਖ ਪਿਆਸ ਮਿਟ ਜਾਂਦੀ ਹੈ, ਉਹਦੀ ਲਿਵ ਨਾਮ ਦੇ ਨਾਲ ਲੱਗ ਜਾਂਦੀ ਹੈ। ਸੁਨ ਮਰਦਾਨਾ ਮਨ ਮਾਹੀ ਹਰ ਖਾਨਾ ਤਬ, ਕਹਿੰਦੇ ਜਦੋਂ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਬੋਲ ਸੁਣੇ ਕਿ ਤੂੰ ਹਰ ਵਾਰੀ ਕਹਿੰਦਾ ਮੈਨੂੰ ਭੁੱਖ ਲੱਗੀ ਹੈ, ਪਹਿਲਾਂ ਮੇਰੀ ਭੁੱਖ ਦਾ ਪ੍ਰਬੰਧ ਕਰੋ, ਮੈਨੂੰ ਖਾਣ ਵਾਸਤੇ ਦਿਓ, ਕਦੇ ਤੈਨੂੰ ਪਿਆਸ ਲੱਗਦੀ ਹੈ, ਆ ਮੈਂ ਅੱਜ ਤੇਰੀ ਭੁੱਖ ਪਿਆਸ ਸਦਾ ਲਈ ਹੋਈ ਖਤਮ ਕਰ ਦਿਆਂ। ਸਤਿਗੁਰੂ ਮਹਾਰਾਜ ਨੇ ਜਦੋਂ ਆਖਿਆ ਵੀ ਆ ਰਸ ਪੀ ਲੈ, ਤੇ ਭਾਈ ਮਰਦਾਨਾ ਜੀ ਕਹਿੰਦੇ ਸੁਣ ਮਰਦਾਨਾ ਮਨ ਮੈਂ ਹਰ ਖਾਨਾ ਤਬ। ਮਨ ਦੇ ਵਿੱਚ ਬਹੁਤ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਸੁਣ ਕੇ ਮੁਸਕਰਾਏ ਹਨ। ਬਚਨ ਬਖਾਨਾ ਦੇਖ ਕਰੁਣਾ ਨਿਧਾਨ ਕੋ, ਕਹਿੰਦੇ ਜਦੋਂ ਗੁਰੂ ਸਾਹਿਬ ਜੀ ਦੇ ਬਚਨ ਸੁਣੇ ਨੇ ਉਸ ਵੇਲੇ ਫਿਰ ਕਿਰਪਾ ਨਿਧਾਨ, ਜੋ ਕਿਰਪਾ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਹਨ। ਆਏ ਸੋ ਜੋ ਪਾਉ ਕਰ ਪਾਨ ਤੇ ਪਤਾਉ, ਸਤਿਗੁਰੂ ਮਹਾਰਾਜ ਜੀ ਜੇ ਤੁਹਾਡੀ ਆਇਸ ਮੈਨੇ ਆਗਿਆ ਹੋਵੇ, ਜੇ ਤੁਹਾਡਾ ਹੁਕਮ ਹੋਵੇ, ਤੁਸੀਂ ਕਹਿੰਦੇ ਹੋ ਵੀ ਭੁੱਖ ਪਿਆਸ ਮਿਟ ਜਾਏਗੀ, ਮੁੜ ਕੇ ਭੁੱਖ ਪਿਆਸ ਸਤਾਏਗੀ ਨਹੀਂ, ਤਾਂ ਫਿਰ ਮਹਾਰਾਜ ਜੀ ਤੁਹਾਡੀ ਆਗਿਆ ਹੋਵੇ ਤੇ ਫਿਰ ਮੈਂ ਆਹ ਰਸ ਜਿਹੜਾ ਇਹ ਪੀ ਲਵਾਂ। ਸੁਦਾ ਪਿਆਸ ਕੋ ਮਿਟਾਉ ਕਰੋ ਨਾਸ ਸਭ ਮਾਨ ਕੋ, हे ਵਾਹਿਗੁਰੂ ਜੀ ਆਹ ਭੁੱਖ ਤੇ ਪਿਆਸ ਮਿਟਾਉਂ, ਮੈਂ ਮਿਟਾ ਦਿਆਂ, ਤਾਂ ਕਿ ਬਾਰ-ਬਾਰ ਤੁਹਾਨੂੰ ਕਹਿਣਾ ਹੀ ਨਾ ਪਏ, ਸ਼ਿਕਾਇਤ ਹੀ ਨਾ ਕਰਨੀ ਪਵੇ, ਤੇ ਨਾ ਮੈਨੂੰ ਤੁਹਾਡੇ ਤੋਂ ਮੁਨਕਰ ਹੋ ਕੇ ਕਿਤੇ ਜਾਣਾ ਪਵੇ। ਇਸ ਲਈ ਆਗਿਆ ਦਿਓ ਮੈਨੂੰ ਇਹ ਰਸ ਪੀਣ ਨੂੰ ਮਿਲ ਜਾਵੇ। ਮੰਦ ਮੁਸਕਾਏ ਗੁਰੂ ਬਚਨ ਅਲਾਏ, ਕਹਿੰਦੇ ਗੁਰੂ ਸਾਹਿਬ ਮਹਾਰਾਜ ਜੀ ਫਿਰ ਮੁਸਕਰਾਏ ਤੇ ਮੁਸਕਰਾ ਕੇ ਅੱਗੋਂ ਇਸ ਤਰ੍ਹਾਂ ਆਖਣ ਲੱਗੇ, ਉਰ ਜਰੇ ਜੇ ਅਜਰ ਤਬ ਕੀਜੇ ਪਾਨ ਕੋ। ਮਹਾਰਾਜ ਜੀ ਕਹਿੰਦੇ ਜਰ ਲੇਗਾ ਇਹਨੂੰ, ਇਹ ਜਿਹੜਾ ਰਸ ਪੀਣਾ ਇਹਨੂੰ ਜਰਨ ਵਾਸਤੇ ਅੰਦਰ ਸਮਰੱਥਾ ਵੀ ਚਾਹੀਦੀ ਹੈ। ਜੇ ਤਾਂ ਇਹਨੂੰ ਜਰ ਸਕਦਾ, ਬੜੇ ਧਿਆਨ ਨਾਲ ਸੁਣਿਓ, ਗੁਰੂ ਨਾਨਕ ਸਾਹਿਬ ਕਹਿੰਦੇ ਆ ਰਸ ਪੀ ਨਾਮ ਦਾ, ਆ ਨਾਮ ਦਾ ਰਸ ਪੀ ਲੈ। ਅੱਗੋਂ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਆਗਿਆ ਦਿਓ ਪੀ ਲਵਾਂ। ਸਾਹਿਬ ਕਹਿੰਦੇ ਜੇ ਜਰ ਲੇਗਾ ਤੇ ਪੀ ਲੈ, ਜੇ ਇਹਨੂੰ ਜਰ ਸਕਦਾ ਹੈ, ਹਜ਼ਮ ਕਰ ਸਕਦਾ ਹੈ, ਪਾਉ ਪਚਾ ਸਕਦਾ ਹੈ, ਤਾਂ ਫਿਰ ਇਹਨੂੰ ਪੀਣਾ ਕਰ। ਚਿਰੰਕਾਲ ਭਇਓ ਤੁਮ ਸੰਗ ਵਿਚਰਨ ਲਿਓ, ਅੱਗੋਂ ਭਾਈ ਮਰਦਾਨਾ ਜੀ ਪਤਾ ਕੀ ਕਹਿੰਦੇ, ਮਹਾਰਾਜ ਜੀ ਚਿਰੰਕਾਲ ਬੜਾ ਲੰਮੇਰਾ ਸਮਾਂ, ਕਿੰਨੇ ਲੰਮੇ ਸਮੇਂ ਤੋਂ ਮੈਂ ਤੁਹਾਡੇ ਨਾਲ ਵਿਚਰ ਰਿਹਾ ਹਾਂ, ਤੁਹਾਡੀ ਸੰਗਤ ਕਰ ਰਿਹਾ ਹਾਂ, ਕੀਜੇ ਕਾ ਬਦਾਇਆ ਬਾਰੇ ਦੀਜੀਏ ਪਛਾਨ ਕੋ। ਫਿਰ ਹੁਣ ਮੇਰੇ ਤੇ ਕਿਰਪਾ ਕਦੋਂ ਕਰੋਗੇ ਤੁਸੀਂ? ਜੇ ਹਜੇ ਵੀ ਆ ਨਾਮ ਦਾ ਰਸ ਪਹੁੰਚਾਉਣ ਦੀ ਮੇਰੇ ਵਿੱਚ ਸਮਰੱਥਾ ਨਹੀਂ, ਫਿਰ ਤੁਹਾਡੇ ਨਾਲ ਇੰਨੇ ਲੰਮੇ ਸਮੇਂ ਤੱਕ ਤੁਹਾਡੀ ਸੰਗਤ ਕਰਨ ਦਾ ਲਾਭ ਕੀ ਹੋਇਆ? ਤੇ ਜਾਂ ਤੇ ਮੇਰੇ ਤੇ ਬਖਸ਼ਿਸ਼ ਕਰੋ ਐਸੀ ਕਿ ਮੈਨੂੰ ਇਹ ਨਾਮ ਦਾ ਰਸ ਕਿਤੇ ਪਚ ਜਾਏ। ਧਿਆਨ ਰੱਖਿਓ ਭਾਂਡਾ ਅੰਦਰ ਤਿਆਰ ਕਰਨਾ ਪੈਣਾ ਹੈ, ਤਾਂ ਆ ਨਾਮ ਦਾ ਰਸ ਅੰਦਰ ਟਿਕਣਾ ਹੈ। ਤੇ ਭਾਂਡਾ ਤਾਂ ਆਤਮਲੀਨ ਹੋਇਆ ਪਿਆ, ਇਹ ਸਾਡੇ ਵਾਸਤੇ ਇੱਕ ਨੁਕਤਾ ਹੈ ਸਮਝਾਉਣ ਲਈ। ਅਸੀਂ ਕਹਿੰਦੇ ਆ ਬਾਣੀ ਨਹੀਂ ਅੰਦਰ ਟਿਕਦੀ, ਬਾਣੀ ਨਹੀਂ ਅੰਦਰ ਵਸਦੀ, ਕਿਵੇਂ ਵਸੇਗੀ, ਕਿਵੇਂ ਟਿਕੇਗੀ? ਸਾਹਿਬ ਜੀ ਕਹਿੰਦੇ ਭਾਂਡਾ ਆਤਮਲੀਨ, ਧੋਤਾ ਹੱਛਾ ਨਾ ਹੋਏ ਸੀ, ਭਾਂਡਾ ਤੇ ਆਤਮਲੀਨ ਹੋਇਆ ਪਿਆ। ਤੇ ਮਲੀਨ ਭਾਂਡੇ ਵਿੱਚ ਪਵਿੱਤਰ ਬਾਣੀ ਥੋੜੀ ਵਸ ਜਾਏਗੀ। ਦਿਮਾਗ ਵਿੱਚ ਗੰਦਗੀ ਕਿੰਨੀ ਭਰੀ ਪਈ ਹੈ। ਭਾਂਡਾ ਕਿਹੜਾ ਹੈ? ਆ ਦਿਮਾਗ ਵਾਲਾ ਭਾਂਡਾ। ਅਸੀਂ ਬਾਹਰੋਂ ਤੇ ਆਪਣੇ ਮੱਥੇ ਤੇ ਤਿਲਕ ਲਾ ਲਿਆ, ਜਾਂ ਮੱਥੇ ਤੇ ਧਾਰਮਿਕ ਚਿੰਨ੍ਹ ਲਾ ਲਿਆ, ਧਾਰਮਿਕ ਅਸੀਂ ਖਿਆਲਾਂ ਦੇ ਹੋ ਗਏ, ਪਰ ਅੰਦਰ ਇਸ ਮਸਤਕ ਦੇ ਆ ਭਾਂਡਾ ਹੈ, ਇੱਕ ਛੋਟਾ ਜਿਹਾ ਭਾਂਡਾ ਹੈ ਜਿਹੜਾ ਇਸ ਤਰ੍ਹਾਂ ਮੁੱਦਾ ਹੈ। ਅਸੀਂ ਇਸ ਭਾਂਡੇ ਵਿੱਚ ਨਾਮ ਰਸ ਪਾਉਣਾ, ਕਿਵੇਂ ਪਾਵਾਂਗੇ? ਭਾਂਡਾ ਤੇ ਆਤਮਲੀਨ ਹੋਇਆ ਪਿਆ। ਇਸ ਦਿਮਾਗ ਦੇ ਵਿੱਚ ਤਾਂ ਗੰਦਗੀ ਭਰੀ ਪਈ ਹੈ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਝੂਠ, ਨਿੰਦਾ, ਇਹ ਦਿਮਾਗ ਵਿੱਚ ਭਰਿਆ ਪਿਆ ਹੈ। ਗੁਰਬਾਣੀ ਕਿੱਥੇ ਟਿਕ ਜਾਏਗੀ? ਨਾਮ ਦਾ ਰਸ ਕਿੱਥੇ ਟਿਕੇਗਾ? ਪਹਿਲਾਂ ਭਾਂਡੇ ਨੂੰ ਵਾਸ਼ ਕਰੋ ਅੰਦਰੋਂ। ਮੱਤ ਤੇ ਮਲੀਨ ਹੋਈ ਪਈ ਹੈ, ਭਰੀਆਂ ਮੱਤ ਪਾਪਾਂ ਕੈ ਸੰਗ, ਮੱਤ ਤੇ ਪਾਪ ਦੀ ਮੈਲ ਨਾਲ ਭਰੀ ਪਈ ਹੈ। ਕਿਵੇਂ ਅੰਦਰ ਬਾਣੀ ਟਿਕੇਗੀ? ਕਿਵੇਂ ਨਾਮ ਦਾ ਰਸ ਅੰਦਰ ਟਿਕੇਗਾ? ਭਾਂਡਾ ਵੀ ਸਵਾਰਨਾ ਹੈ। ਹੁਣ ਭਾਂਡਾ ਅੰਦਰੋਂ ਹੋਵੇ ਮੈਲਾ, ਤੁਸੀਂ ਦੁੱਧ ਵਾਲਾ ਆਵੇ, ਕਹੋ ਜੀ ਦੁੱਧ ਪਵਾ ਲਓ, ਤੁਸੀਂ ਭਾਂਡਾ ਮੈਲਾ ਲੈ ਕੇ ਚਲੇ ਜਾਓ ਤੇ ਉਹ ਦੁੱਧ ਪਾਵੇ, ਥੋੜੇ ਸਮੇਂ ਬਾਅਦ ਦੁੱਧ ਖਰਾਬ ਹੋ ਜਾਏ, ਤੁਸੀਂ ਦੋਸ਼ ਦੁੱਧ ਹੀ ਨੂੰ ਦਿਓਗੇ ਕਿ ਤੂੰ ਅੱਜ ਦੁੱਧ ਵਧੀਆ ਨਹੀਂ ਦੇ ਕੇ ਗਿਆ, ਦੁੱਧ ਖਰਾਬ ਹੋ ਗਿਆ। ਉਹਨੇ ਕਹਿਣਾ ਦੁੱਧ ਤਾਂ ਠੀਕ ਸੀ, ਭਾਂਡਾ ਹੀ ਤੁਹਾਡਾ ਖਰਾਬ ਸੀ। ਗੁਰਬਾਣੀ ਪਵਿੱਤਰ ਹੈ, ਗੁਰਬਾਣੀ ਸ਼ੁੱਧ ਹੈ, ਗੁਰਬਾਣੀ ਵਿੱਚ ਨਾਮ ਰਸ ਹੈ, ਪਰ ਸਾਡੇ ਅੰਦਰ ਕਿਉਂ ਨਹੀਂ ਬਣਦਾ? ਕਿਉਂਕਿ ਅੰਦਰ ਦਿਮਾਗ 'ਚ ਤਾਂ ਗੰਦਗੀ ਭਰੀ ਪਈ ਹੈ। ਭਾਂਡਾ ਧੋਏ ਵੈਸ ਧੂਪ ਦੇਵੋ ਤਉ ਦੁੱਧ ਹੈ ਕੋ ਜਾਵੋ। ਦੁੱਧ ਦਾ ਅਰਥ ਹੈ ਅੰਮ੍ਰਿਤ ਨਾਮ ਰਸ। ਪਹਿਲਾਂ ਭਾਂਡਾ ਤੇ ਅੰਦਰ ਦਾ ਧੋ ਲਈਏ ਆਪਾਂ। ਨਿਤਨੇਮ ਕਾਹਦੇ ਲਈ ਕਰਨਾ ਹੈ? ਇਸੇ ਲਈ ਕਰਨਾ ਵੀ ਭਾਂਡਾ ਧੋਤਾ ਜਾਵੇ ਸਾਡਾ। ਇਹ ਭਾਂਡੇ ਨੂੰ ਧੋਣ ਵਾਸਤੇ ਸਵੇਰੇ ਸ਼ਾਮ ਨਿਤਨੇਮ ਬਾਣੀਆਂ ਦਾ ਅਭਿਆਸ ਹੈ। ਇਸ ਲਈ ਸਤਿਗੁਰੂ ਮਹਾਰਾਜ ਜੀ ਇੰਨਾ ਚਿਰ ਹੋ ਗਿਆ, ਚਿਰੰਕਾਲ ਹੋ ਗਿਆ ਤੁਹਾਡੇ ਨਾਲ ਵਿਚਰਦੇ ਆ, ਹਜੇ ਵੀ ਮੈਂ ਇਹ ਨਾਮ ਦਾ ਰਸ ਪਛਾ ਨਹੀਂ ਸਕਾਂਗਾ। ਇਸ ਲਈ ਮੇਰੇ ਤੇ ਕਿਰਪਾ ਤਾਂ ਕਰੋ, ਮੈਨੂੰ ਐਸੀ ਬਖਸ਼ਿਸ਼ ਤਾਂ ਦਿਓ ਤਾਂ ਕਿ ਇਹ ਨਾਮ ਰਸ ਮੈਂ ਇਹਨੂੰ ਆਪਣੇ ਅੰਦਰ ਟਿਕਾ ਸਕਾਂ। ਭਾਵ ਇਹ ਨਾਮ ਰਸ ਜਿਹੜਾ ਇਹਨੂੰ ਮੈਂ ਜਰ ਸਕਾਂ, ਇਹਨੂੰ ਪਚਾ ਸਕਾਂ। ਲੈ ਕਰ ਆਇਸ ਸ੍ਰੀ ਗੁਰ ਕੀ ਤਬ, ਉਸੇ ਵੇਲੇ ਗੁਰੂ ਨਾਨਕ ਸਾਹਿਬ ਨੇ ਆਖਿਆ ਭਾਈ ਮਰਦਾਨਾ ਜੀ 7 ਕਰਤਾਰ ਕਹਿ ਤੇ ਪੀ ਲੈ ਨਾਮ ਦਾ ਰਸ।
ਸਤਿਗੁਰੂ ਮਹਾਰਾਜ ਜੀ ਦੀ ਆਏ ਸਦਾਰਥ ਹੈ ਹੁਕਮ ਲੈ ਕੇ ਪੀਵਤ ਪਾਰਸ ਸੋ ਮਰਦਾਨਾ ਆਗਿਆ ਲੈ ਕੇ ਉਸੇ ਵੇਲੇ ਨਾਮ ਦਾ ਰਸ ਜਿਹੜਾ ਸੀ ਉਹ ਭਾਈ ਮਰਦਾਨਾ ਜੀ ਪੀਂਦੇ ਹਨ। ਹੋਏ ਵਿਦੇ ਗਇਓ ਖਿਨਤਾ ਜਦੋਂ ਨਾਮ ਦਾ ਰਸ ਪੀਤਾ ਬਸ ਉਸੇ ਵੇਲੇ ਕਹਿੰਦੇ ਇਹ ਮਾਇਆ ਦਾ ਜਿਹੜਾ ਰੰਗ ਚੜਿਆ ਹੋਇਆ ਸੀ ਨਾ, ਇਸ ਮਾਇਆ ਦੇ ਰੰਗ ਦੀ ਪਕੜ ਅੰਦਰੋਂ ਖਤਮ ਹੋ ਗਈ। ਦਸਵੇਂ ਅੰਦਰ ਜਾਏ ਲੱਗਾ ਸੁਭ ਧਿਆਨਾ ਫਿਰ ਸੁਰਤ ਕਿੱਥੇ ਲੱਗ ਗਈ ਜਾ ਕੇ 9 ਦੁਆਰੇ ਪਾਰ ਕਰ ਗਈ। ਹੁਣ 9 ਦੁਆਰੇ ਨਹੀਂ ਨਾ, ਸਾਡੀ ਸੁਰਤ ਤਾਂ ਇਹਨਾਂ ਵਿੱਚੋਂ ਨਿਕਲ ਜਾਂਦੀ ਹੈ। ਸਾਡੀ ਸੁਰਤ ਕਿੱਥੇ ਟਿਕਦੀ ਆ? ਕਦੇ ਅੱਖਾਂ ਤੋਂ ਨਿਕਲ ਜਾਂਦੀ, ਕਦੇ ਕੰਨਾਂ ਤੋਂ, ਕਦੇ ਜ਼ੁਬਾਨ ਤੋਂ, ਇੰਦਰੀਆਂ ਤੋਂ। ਸੁਰਤ ਟਿਕਦੀ ਨਹੀਂ। 9 ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰ ਦੁਆਰੇ ਲਾਏ ਭਾਵਨੀ ਇੱਕ ਨਾ 10ਵਾਂ ਦੁਆਰ ਦਿਖਾਇਆ। ਉੱਥੇ ਜਿੱਥੇ ਆਤਮਿਕ ਜੋਤ ਹੈ, ਰੱਬੀ ਜੋਤ ਹੈ ਜਿੱਥੇ, ਉੱਥੇ ਤੱਕ ਸੁਰਤ ਜਾਂਦੀ ਨਹੀਂ, ਕਿਉਂਕਿ ਮਨ ਵਿੱਚ ਹੀ ਰੁਕਾਵਟ ਪੈਦਾ ਹੁੰਦੀ ਹੈ। ਇਸ ਤੋਂ ਅੱਗੇ ਸੁਰਤ ਜਾਂਦੀ ਨਹੀਂ ਸਾਡੀ। ਨਾਮਦੇਵ ਜੀ ਵਾਲਾ ਨੁਕਤਾ ਕਿੰਨੀ ਵਾਰ ਤੁਹਾਡੇ ਨਾਲ ਸਾਂਝਾ ਕੀਤਾ ਹੈ ਕਿ ਸੂਈ ਵਿੱਚ ਧਾਗਾ ਪਾਓਗੇ ਤਾਂ ਗੱਲ ਬਣਨੀ ਹੈ। ਇਹ ਨਹੀਂ ਵੀ ਸੂਈ ਇੱਧਰ ਹੈ ਤੇ ਧਾਗਾ ਇੱਧਰ ਹੈ ਤੇ ਪਾਟਾ ਹੋਇਆ ਵਸਤਰ ਕਿਵੇਂ ਸੀਤਾ ਜਾਏਗਾ। ਕੱਲੀ ਸੂਈ ਨਾਲ ਵੀ ਨਹੀਂ ਗੱਲ ਬਣਨੀ ਤੇ ਕੱਲੇ ਧਾਗੇ ਨਾਲ ਵੀ ਨਹੀਂ ਗੱਲ ਬਣਨੀ। ਸੂਈ ਦੇ ਨੱਕੇ ਵਿੱਚ ਧਾਗਾ ਪਰੋਣਾ ਪੈਣਾ ਹੈ। ਸ਼ਬਦ ਹੈ ਸੂਈ ਤੇ ਸਾਡੀ ਸੁਰਤ ਹੈ ਧਾਗਾ। ਧਾਗਾ ਤਾਂ ਹੀ ਚੱਲੇਗਾ ਜੇ ਸੂਈ ਵਿੱਚ ਪਰੋਵਾਂਗੇ। ਸ਼ਬਦ ਵਿੱਚ ਸੁਰਤ ਨੂੰ ਜੋੜਨਾ ਪੈਣਾ ਹੈ। ਸ਼ਬਦ ਗੁਰੂ, ਸੁਰਤ ਧੁਨ ਚੇਲਾ ਬਣਾਉਣਾ ਪੈਣਾ ਹੈ। ਸੋਇਨੇ ਕੀ ਸੂਈ ਰੂਪੇ ਕਾ ਧਾਗਾ ਨਾਮੇ ਕਾ ਚਿੱਤ ਹਰਸਿਓ ਲੱਗਾ। ਨਾਮਦੇਵ ਜੀ ਕਹਿੰਦੇ ਮੇਰਾ ਚਿੱਤ ਲੱਗ ਗਿਆ ਕਿਉਂਕਿ ਮੈਂ ਸੂਈ ਵੀ ਬਣਾ ਲਿਆ ਤੇ ਧਾਗਾ ਵੀ ਉਹਦੇ ਵਿੱਚ ਪਰੋ ਲਿਆ। ਉਹਦਾ ਮਤਲਬ ਸੀ ਕਿ ਸ਼ਬਦ ਵਿੱਚ ਸੁਰਤ ਨੂੰ ਪਰੋਵੋ। ਹੁਣ ਸ਼ਬਦ ਤਾਂ ਚੱਲਦਾ ਹੈ, ਸੁਰਤ ਕਿੱਥੇ ਹੈ? ਸ਼ਬਦ ਤੇ ਸੁਰਤ ਦਾ ਸਮੇਲ ਨਹੀਂ ਨਾ ਹੋ ਰਿਹਾ। ਜਿੱਦਣ ਸ਼ਬਦ ਸੁਰਤ ਦਾ ਸਮੇਲ ਹੋ ਜਾਏਗਾ ਉਦਣ ਅੰਦਰ ਫਿਰ 10ਵੇਂ ਦੁਆਰ ਤੱਕ ਪਹੁੰਚ ਜਾਵਾਂਗੇ, ਰੱਬੀ ਜੋਤ ਤੱਕ, ਆਤਮਿਕ ਜੋਤ ਤੱਕ ਪਹੁੰਚ ਜਾਵਾਂਗੇ। ਫਿਰ ਦਿਮਾਗ ਤੋਂ ਦਿਲ ਤੱਕ ਦਾ ਸਫ਼ਰ ਤੈਅ ਹੋ ਜਾਏਗਾ। ਪਰ ਹਜੇ ਸੁਰਤ ਕਿਤੇ ਹੁੰਦੀ ਹੈ? ਸ਼ਬਦ ਅੱਖਾਂ ਨਾਲ ਚੱਲ ਰਿਹਾ ਹੈ, ਸ਼ਬਦ ਜ਼ੁਬਾਨ ਦੇ ਨਾਲ ਚੱਲ ਰਿਹਾ ਹੈ, ਸ਼ਬਦ ਕੰਨਾਂ ਨਾਲ ਚੱਲ ਰਿਹਾ ਹੈ, ਪਰ ਸੁਰਤ ਕਿਤੇ ਹੋਰ ਲੱਗੀ ਹੋਈ ਹੈ। ਜਿੱਥੇ ਸੁਰਤ ਹੈ ਧਿਆਨ ਵੀ ਉਸੇ ਪਾਸੇ ਹੈ। ਜਿੱਧਰ ਧਿਆਨ ਹੈ ਅੰਦਰ ਤਸਵੀਰ ਵੀ ਉਹੀ ਬਣ ਰਹੀ ਹੈ, ਫੁਰਨੇ ਵੀ ਉਹੀ ਬਣ ਰਹੇ, ਖਿਆਲ ਵੀ ਉਹੀ ਅੰਦਰ ਚੱਲ ਰਹੇ ਨੇ। ਇਸ ਲਈ ਗੁਰੂ ਨਾਨਕ ਸਾਹਿਬ ਜੀ ਨੇ ਸੁਲਤਾਨਪੁਰ ਚੱਲਣ ਤੋਂ ਪਹਿਲਾਂ ਸਾਹਿਬ ਜੀ ਨੇ ਮਸੀਤ ਵਿੱਚ ਜਾ ਕੇ ਇਹੀ ਗੱਲ ਸਮਝਾਈ ਸੀ ਕਿ ਨਵਾਜ਼ ਇੱਥੇ ਪੜ੍ਹਦੇ ਪਏ ਹੋ ਪਹੁੰਚੇ ਘਰ ਹੋਏ ਹੋ। ਨਵਾਜ਼ ਇੱਥੇ ਪੜ੍ਹਦੇ ਪਏ ਹੋ ਪਹੁੰਚਿਆ ਤੂੰ ਕਾਬਲ ਹੋਇਆ ਤੇ ਸੁਰਤ ਕਾਬਲ ਪਹੁੰਚੀ ਹੋਈ ਹੈ ਤੇ ਮਸੀਤ ਵਿੱਚ ਬੈਠਾ ਨਵਾਜ਼ ਅਦਾ ਕਰ ਰਹੇ ਹਾਂ। ਭਾਵ ਜਿਵੇਂ ਅਸੀਂ ਬੈਠੇ ਗੁਰਦੁਆਰੇ ਹੋਏ ਹਾਂ, ਸੁਰਤ ਕਿਤੇ ਹੋਰ ਲੱਗੀ ਹੋਈ ਹੈ, ਧਿਆਨ ਕਿਤੇ ਹੋਰ ਹੈ। ਇਸ ਲਈ ਸਤਿਗੁਰੂ ਮਹਾਰਾਜ ਨੇ ਕਿਹਾ ਵੀ ਜਿਸ ਦਿਨ ਸ਼ਬਦ ਸੁਰਤ ਦਾ ਸਮੇਲ ਕਰ ਲੋਗੇ ਉਸ ਦਿਨ ਫਿਰ ਕੀ ਹੋਏਗਾ? ਗੁਰਦੁਆਰੇ ਲਾਏ ਭਾਵਨੀ ਇੱਕ ਨਾ 10ਵਾਂ ਦੁਆਰ ਦਿਖਾਇਆ। ਉਸ ਦਿਨ ਫਿਰ ਰੱਬੀ ਜੋਤ ਅੰਦਰ ਦੀ ਦਿਸ ਪਈ ਤੇ ਜਿਸ ਦਿਨ ਅੰਦਰ ਰੱਬੀ ਜੋਤ ਦਿਸ ਪਈ ਨਾ ਉਸ ਦਿਨ ਫਿਰ ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦੇ ਚਾਨਣ, ਸਭ ਮੈਂ ਚਾਨਣ ਹੋਏ ਦੀ ਖੇਡ ਬਣ ਜਾਣੀ ਹੈ। ਜਦੋਂ ਹੀ ਭਾਈ ਮਰਦਾਨਾ ਜੀ ਨੇ ਆਗਿਆ ਪਾ ਕੇ ਇਹ ਨਾਮ ਰਸ ਨੂੰ ਪੀਤਾ ਹੈ, ਕਹਿੰਦੇ ਬਸ ਸੁਰਤ ਜਿਹੜੀ ਆ ਉਹ ਟਿਕਾਣੀ ਲੱਗ ਗਈ ਹੈ। ਜਾਮ ਸੋ ਇੱਕ ਖੁੱਲੇ ਤਹ ਨੈਣ ਇੱਕ ਜਾਮ, ਇੱਕ ਘੜੀ ਜਾਂ ਇੱਕ ਪਹਿਰ ਕਹਿ ਲਓ ਕਿ ਅੱਖਾਂ ਬਸ ਮੂੰਦੀਆਂ ਗਈਆਂ, ਮਿਟ ਗਈਆਂ, ਅੱਖਾਂ ਬੰਦ ਹੋ ਗਈਆਂ। ਫਿਰ ਅੰਦਰ ਦੀ ਸੁਰਤ ਜਿਹੜੀ ਸੀ ਉਹ ਸੁੱਧ ਬੁੱਧ ਵਿਸਰ ਗਈ। ਜਦੋਂ ਸੁੱਧ ਬੁੱਧ ਵਿਸਰੀ ਤਾਂ ਇੱਕ ਘੜੀ ਬਾਅਦ ਨੇਤਰ ਆਪਣੇ ਖੋਲੇ ਹਨ। ਭਵ ਮੋਹ ਬਿਹੀਨ ਸੁਜਾਨਾ ਕਹਿੰਦੇ ਜਦੋਂ ਨੇਤਰ ਖੋਲੇ ਤੇ ਮੋਹ ਦੀਆਂ ਤੰਦਾਂ ਟੁੱਟ ਚੁੱਕੀਆਂ ਸਨ। ਮੋਹ ਜਿਹੜਾ ਸੀ ਅੰਦਰੋਂ ਖਤਮ ਹੋ ਚੁੱਕਾ ਸੀ। ਜਿਹੜਾ ਭੁੱਖ ਤੇ ਪਿਆਸ ਜਿਹੜਾ ਸਤਾਉਂ ਜਿਹੜੀ ਤ੍ਰਿਸ਼ਨਾ ਅੰਦਰ ਲੱਗਦੀ ਸੀ ਨਾ ਉਹ ਤ੍ਰਿਸ਼ਨਾ ਮੁੱਕ ਚੁੱਕੀ ਸੀ। ਜਦੋਂ ਨੇਤਰ ਖੋਲੇ ਸਬਰ ਤੇ ਸੰਤੋਖ ਅੰਦਰ ਬਣ ਚੁੱਕਾ ਸੀ। ਮੇਰੋ ਤੇਰ ਭੁਲਾਏ ਦਇਓ ਅੰਦਰ ਮੇਰ ਤੇਰ ਭੁੱਲ ਹੀ ਗਿਆ, ਮੇਰ ਤੇਰ ਖਤਮ ਹੀ ਹੋ ਗਿਆ। ਹੁਣ ਮੇਰ ਖਤਮ ਹੀ ਹੋ ਗਈ। ਬਸ ਹੁਣ ਕਬੀਰ ਤੂੰ ਕਰਤਾ ਤੂੰ ਹੁਆ ਮੁਝ ਮੇ ਰਹਾ ਨਾ ਹੂੰ। ਹੁਣ ਖਤਮ ਹੀ ਹੋ ਗਈ। ਆਪਣੇ ਆਪਣੇ ਜੀਵਨ ਵਿੱਚ ਮੇਰੇ ਸਮੇਤ ਸਾਰੇ ਝਾਤੀ ਮਾਰੀਏ ਕਿ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਕੋਲ ਆ ਕੇ ਅਸੀਂ ਮੇਰ ਤੇਰ ਤਾਂ ਨਹੀਂ ਕਰਦੇ ਵੀ ਆ ਮੇਰਾ ਤੇ ਆ ਤੇਰਾ, ਮੈਂ ਆ ਕੀਤਾ ਤੇ ਤੁਸੀਂ ਕੀ ਕੀਤਾ, ਤੁਸੀਂ ਮੇਰੇ ਲਈ ਕੀ ਕੀਤਾ, ਮੈਂ ਤੇ ਇੰਨਾ ਪਾਠ ਕੀਤਾ, ਮੈਂ ਤੇ ਇੰਨੀ ਸੰਗਤ ਕੀਤੀ, ਮੈਂ ਤੇ ਇੰਨਾ ਚੜਾਵਾ ਚੜਾਇਆ, ਮੈਂ ਤੇ ਇੰਨੀ ਸੇਵਾ ਕੀਤੀ ਹੈ, ਤੁਸੀਂ ਮਹਾਰਾਜ ਮੇਰੇ ਤੇ ਹਜੇ ਕਿਰਪਾ ਨਹੀਂ। ਹਜੇ ਤੇਰ ਮੇਰ ਚੱਲਦਾ ਪਿਆ ਨਾ। ਤੇ ਜਿੱਦਣ ਤੇਰ ਮੇਰ ਖਤਮ ਕਰਾਂਗੇ ਗੱਲ ਉਸ ਦਿਨ ਬਣਨੀ ਹੈ ਕਿ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰੇ। ਜਾਂ ਫਿਰ ਤੇਰ ਮੇਰ ਮਿਟਾਉਣ ਵਾਸਤੇ ਦਾਸ ਨੇ ਬੜੀ ਵਾਰ ਹੱਥ ਜੋੜ ਬੇਨਤੀ ਕੀਤੀ ਵੀ ਇੱਕ ਸ਼ਬਦ ਹਰ ਵੇਲੇ ਆਪਣੇ ਚੇਤੇ ਵਿੱਚ ਰੱਖੋ, ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋਗ ਕੀ ਤੋਈ। ਮੈਂ ਕਿਸ ਗੱਲ ਦੀ ਮੇਰ ਕਰਾਂ? ਮੈਂ ਕਿਉਂ ਕਵਾਂ ਵੀ ਮੈਂ ਆ ਹਾਂ, ਮੈਂ ਇਹ ਹਾਂ, ਮੈਂ ਕਿਉਂ ਕਵਾਂ ਜਦ ਕਿ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋਗ ਕੀ ਤੋਈ। ਮੈਂ ਨਿਰਗੁਣਿਆਰੇ ਕੋ ਗੁਣ ਨਹੀਂ ਆਪੇ ਤਰਸ ਪਇਓਈ। ਇਹ ਸਭ ਤੁਹਾਡੀ ਕਿਰਪਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਾਪ ਸਾਹਿਬ ਦਾ ਉਚਾਰਨ ਕਰਦੇ ਆ ਤੇ ਕੀ ਕਹਿੰਦੇ? ਮੈਂ ਉਚਾਰ ਰਿਹਾ। ਮਹਾਰਾਜ ਕਹਿੰਦੇ ਤਬ ਪ੍ਰਸਾਦ ਤੇਰੀ ਕਿਰਪਾ ਦੇ ਸਦਕਾ, ਇਹ ਤੇਰੀ ਕਿਰਪਾ ਦੇ ਸਦਕਾ, ਤੇਰੀ ਕਿਰਪਾ ਦੇ ਸਦਕਾ। ਉੱਥੇ ਮਹਾਰਾਜ ਜੀ ਤੂੰ ਹੀ ਤੂੰ ਵਿੱਚ ਲੀਨ ਹੋ ਜਾਂਦੇ ਆ। ਗੁਰਬਾਣੀ ਸਾਨੂੰ ਮੈਂ ਕਰਨਾ ਸਿਖਾਉਂਦੀ ਹੋਈ ਨਹੀਂ ਹੈ। ਗੁਰਬਾਣੀ ਤਾਂ ਸਿਖਾਉਂਦੀ ਆ ਬਸ ਤੂੰ ਹੀ ਤੂੰ। ਜੇ ਗੁਰਬਾਣੀ ਸਿਖਾਉਂਦੀ ਆ ਤੇ ਇਹ ਸਿਖਾਉਂਦੀ ਆ ਮਾਧੋ ਹਮ ਐਸੇ ਤੂੰ ਐਸਾ। ਜੇ ਗੁਰਬਾਣੀ ਸਿਖਾਉਂਦੀ ਹੈ ਤੇ ਇਹ ਸਿਖਾਉਂਦੀ ਹੈ ਕਿ ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਅੱਗੇ ਅਰਦਾਸ ਮੈਂ ਹੋਰ ਥਾਉ ਨਹੀਂ, ਜਿਸ ਪਹਿ ਕਰੋ ਬੇਨੰਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਇੱਥੇ ਕਹਿੰਦੇ ਸੁੱਧ ਬੁੱਧ ਵਿਸਰੀ, ਜਦੋਂ ਨੇਤਰ ਖੋਲੇ ਤੇ ਮੇਰ ਤੇਰ ਖਤਮ ਹੋ ਗਿਆ। ਗੁਰ ਗਿਆਨ ਪਇਓ ਮਿਟ ਗਇਓ ਗਿਆਨ ਅੰਦਰ ਅਗਿਆਨਤਾ ਦਾ ਨਾਸ਼ ਹੋ ਗਿਆ ਤੇ ਗਿਆਨ ਦਾ ਪ੍ਰਕਾਸ਼ ਹੋ ਗਿਆ। ਜਦੋਂ ਗਿਆਨ ਅੰਜਨ ਗੁਰ ਦਿਆ, ਗੁਰੂ ਸਾਹਿਬ ਨੇ ਜਦੋਂ ਗਿਆਨ ਦੇ ਦਿੱਤਾ ਅਗਿਆਨਤਾ ਦਾ ਨਾਸ਼ ਹੋ ਗਿਆ। ਕਰ ਬੰਦ ਉਬੇ ਕਰ ਬੰਧਨ ਪਾਏ। ਫਿਰ ਹੱਥ ਜੁੜ ਗਏ। ਭਾਈ ਮਰਦਾਨਾ ਜੀ ਕਹਿੰਦੇ ਉਹਨਾਂ ਦੇ ਹੱਥ ਜੁੜਿਆ ਗੁਰੂ ਨਾਨਕ ਸਾਹਿਬ ਜੀ ਅੱਗੇ। ਪ੍ਰਸ਼ੰਸਤ ਵਾਕਨ ਸੋ ਸਖ ਕੰਦੂ। ਫਿਰ ਕਹਿੰਦੇ ਪ੍ਰਸ਼ੰਸਾ ਹੀ ਨਿਕਲੀ ਹੈ ਗੁਰੂ ਨਾਨਕ ਸਾਹਿਬ ਦੇ ਪ੍ਰਤੀ, ਕਿਉਂਕਿ ਹੁਣ ਅੰਦਰ ਦੀ ਅਵਸਥਾ ਬਦਲ ਗਈ ਹੈ। ਧਿਆਨ ਰੱਖਿਓ ਜਿੱਦਣ ਅਸੀਂ ਖੰਡੇ ਦੀ ਪਾਹੁਲ ਲੈਂਦੇ ਹਾਂ ਉਸ ਦਿਨ ਸਾਡਾ ਨਵਾਂ ਜਨਮ ਹੁੰਦਾ ਹੈ। ਉਸ ਦਿਨ ਅਸੀਂ ਸਭ ਪਿਛੋਕੜ ਆਪਣਾ ਭੁਲਾ ਕੇ ਇੱਕ ਨਵੇਂ ਜੀਵਨ ਦੀ ਸ਼ੁਰੂਆਤ ਕਰਦੇ ਹਾਂ। ਉਸ ਦਿਨ ਅਸੀਂ ਕਹਿੰਦੇ ਹਾਂ ਵੀ ਸਾਡਾ ਜਨਮ ਜਿਹੜਾ ਉਹ ਅਨੰਦਪੁਰ ਸਾਹਿਬ ਦੀ ਧਰਤੀ ਦਾ ਹੋਇਆ ਤੇ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਕਿਉਂਕਿ ਸਾਡਾ ਉਸ ਦਿਨ ਜਨਮ ਹੀ ਨਵਾਂ ਹੁੰਦਾ ਹੈ। ਅਸੀਂ ਜ਼ਿੰਦਗੀ ਦੀ ਸ਼ੁਰੂਆਤ ਨਵੀਂ ਕਰਨੀ ਹੁੰਦੀ ਹੈ। ਇੱਥੇ ਕਹਿੰਦੇ ਨੇ ਜੀਵਨ ਬਦਲ ਗਿਆ, ਸੋਚ ਬਦਲ ਗਈ। ਹੁਣ ਗੁਰੂ ਨਾਨਕ ਸਾਹਿਬ ਜੀ ਦੀ ਪ੍ਰਸ਼ੰਸਾ ਕਰਨ ਲੱਗੇ ਹਨ। ਜਗ ਨਾਇਕ ਹੋ ਗਤਦਾਇਕ ਪਾਇਕ। ਪ੍ਰਸ਼ੰਸਾ ਕਰਦਿਆਂ ਕੀ ਆਖਿਆ? ਕਿਉਂਕਿ ਹੁਣ ਗੁਰੂ ਨਾਨਕ ਸਾਹਿਬ ਜੀ ਦੀ ਤਸਵੀਰ ਕਲੀਅਰ ਹੋ ਗਈ ਨਾ। ਜਿੱਦਣ ਸ਼ਬਦ ਤੇ ਸੁਰਤ ਨਾਲ ਜੁੜ ਕੇ ਵੇਖੋਗੇ ਨਾ ਉਸ ਦਿਨ ਗੁਰੂ ਗ੍ਰੰਥ ਸਾਹਿਬ ਜੀ ਦੀ ਤਸਵੀਰ ਕਲੀਅਰ ਹੋ ਜਾਏਗੀ। ਜਿਸ ਦਿਨ ਸ਼ਬਦ ਤੇ ਸੁਰਤ ਨੂੰ ਜੋੜਾਂਗੇ ਆਪਾਂ ਉਸ ਦਿਨ ਗੁਰੂ ਗ੍ਰੰਥ ਸਾਹਿਬ ਦੀ ਤਸਵੀਰ ਕਲੀਅਰ ਹੋ ਜਾਏਗੀ ਕਿ ਗੁਰੂ ਗ੍ਰੰਥ ਸਾਹਿਬ ਜੀ ਕੌਣ ਨੇ ਗੁਰੂ ਗ੍ਰੰਥ ਸਾਹਿਬ। ਹਜੇ ਨਹੀਂ ਹੋ ਰਹੀ ਕਿਉਂਕਿ ਹਜੇ ਸ਼ਬਦ ਤੇ ਸੁਰਤ ਦਾ ਮੇਲ ਨਹੀਂ ਹੋ ਰਿਹਾ। ਇਸ ਲਈ ਕਹਿੰਦੇ ਜਦੋਂ ਸਮਝ ਆ ਗਈ ਆਖਿਆ ਜਗ ਨਾਇਕ ਹੋ, ਤੁਸੀਂ ਸਾਰੇ ਜਗਤ ਦੇ ਮਾਲਕ ਹੋ।
ਸਤਿਗੁਰੂ ਮਹਾਰਾਜ ਜੀ ਗਤ ਦਾਇਕ ਪਾਇਕ, ਤੁਸੀਂ ਮੁਕਤੀ ਦੇ ਦਾਤਾ ਹੋ, ਆਪਣੇ ਪਿਆਰਿਆਂ ਨੂੰ ਮੁਕਤੀ ਦੀ ਦਾਤ ਦੇਣ ਵਾਲੇ ਹੋ। ਕਾਇਕ ਮੋਹ ਕੇ ਦੰਭ ਨਿਕੰਦੂ, ਤੁਸੀਂ ਮੋਹ ਦਾ ਨਾਸ਼ ਕਰਨ ਵਾਲੇ ਹੋ। ਮੋਹ ਕੇ ਕਾਇਕ ਦਾ ਅਰਥ ਹੈ ਨਾਸ਼ ਕਰਨਾ। ਤੁਸੀਂ ਮੋਹ ਦਾ ਨਾਸ਼ ਕਰ ਦੇਣ ਵਾਲੇ ਹੋ, ਔਰ ਦਮ ਨੇ ਪਖੰਡ, ਤੁਸੀਂ ਪਖੰਡ ਦਾ ਖਾਤਮਾ ਕਰਨ ਵਾਲੇ ਹੋ। ਕਰਿਏ ਸੋ ਖਿਮਾ ਬਖਸ਼ੋ ਮਨੋਗਨ, ਹੁਣ ਕੀ ਹੋਇਆ? ਹੁਣ ਹਮ ਨਹੀਂ ਚੰਗੇ, ਬੁਰਾ ਨਹੀਂ ਕੋਏ, ਪਰਨਵਤ ਨਾਨਕ ਤਾਰੇ ਸੋਏ। ਹੁਣ ਫਿਰ ਮਹਾਰਾਜ ਜੀ ਮੇਰੇ ਵਿੱਚ ਕੋਈ ਵੀ ਗੁਣ ਨਹੀਂ ਹੈ, ਮੇਰੇ ਵਿੱਚ ਅਵਗਣ ਹੀ ਅਵਗਣ ਸੀ। ਮੇਰੇ ਅਵਗਣ ਹੁਣ ਤੁਸੀਂ ਬਖਸ਼ ਦਿਓ, ਕਿਰਪਾ ਕਰੋ। ਕਰੀਏ ਜੋ ਖਿਮਾ ਬਖਸ਼ੇ ਮਨ ਅਵਗਣ, ਮੈਨੂੰ ਖਿਮਾ ਕਰ ਦਿਓ। ਮੇਰੇ ਮਨ ਵਿੱਚ ਜਿੰਨੇ ਅਵਗਣ ਨੇ ਉਹ ਬਖਸ਼ ਦੇਵੋ। ਨਾਮ ਲਏ ਤਬ ਨਾ ਜਮ ਫੰਦੂ, ਜਿਹੜਾ ਤੁਹਾਡਾ ਨਾਮ ਲੈਂਦਾ ਹੈ ਜਾਂ ਤੁਹਾਡੇ ਰਾਹੀਂ ਜਿਹੜਾ ਨਾਮ ਜਪਦਾ ਹੈ ਉਹਨੂੰ ਜਮ ਦੀ ਫਾਹੀ ਕਦੇ ਨਹੀਂ ਪੈਂਦੀ ਹੈ। ਸਮਝ ਆ ਗਈ? ਇਹ ਅਸਲ ਵਿੱਚ ਸਮਝ ਤਾਂ ਪਹਿਲਾਂ ਵੀ ਆਈ ਹੈ, ਇਹ ਸਾਨੂੰ ਸਮਝਾਉਣ ਵਾਸਤੇ ਹੈ ਕਿ ਜਿਸ ਦਿਨ ਸ਼ਬਦ ਨਾਲ ਜੁੜ ਕੇ ਗਿਆਨ ਲੈ ਲੋਗੇ ਤੁਹਾਨੂੰ ਸਮਝ ਆ ਜਾਏਗੀ ਕਿ ਇਹ ਉਹ ਨਾਮ ਹੈ ਜਿਹੜਾ ਜਮ ਦੀ ਫਾਹੀ ਕੱਟ ਕੇ ਰੱਖ ਦਿੰਦਾ ਹੈ। ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਤੁਹਾਡੇ ਰਾਹੀਂ ਪਰਮੇਸ਼ਵਰ ਦੇ ਸੱਚੇ ਨਾਮ ਨੂੰ ਜਪ ਲਿਆ, ਉਹ ਗਰਭ ਜੋਨੀ ਤੋਂ ਸਦਾ ਲਈ ਛੁਟਕਾਰਾ ਪਾ ਗਿਆ। ਇਹ ਭੱਟਾਂ ਨੂੰ ਸਮਝ ਆ ਗਈ ਕਿ ਅਸੀਂ ਹੁਣ ਕਿਹਨਾਂ ਦੇ ਦਰ ਤੇ ਆਏ ਹਾਂ। ਜਿੰਨਾ ਚਿਰ ਨਹੀਂ ਆਈ ਸੀ, ਜਬ ਲਓ ਨਹੀਂ ਭਾਗ ਲਿਲਾਰ ਉਹਦੇ, ਤਬ ਲਓ ਭ੍ਰਮਤੇ ਫਿਰਤੇ ਬਹੁਤ ਆਇਓ। ਕੱਲ ਘੋਰ ਸਮੁੰਦਰ ਮੈਂ ਬੂਡਤ ਥੇ, ਕਬ ਹੂੰ ਮਿਟ ਹੈ ਨਹੀਂ ਰੇ ਪਛਤਾਇਓ। ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ। ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਭੱਟ ਮਥੁਰਾ ਜੀ ਕਹਿ ਰਹੇ ਨੇ। ਇੱਥੇ ਭਾਈ ਮਰਦਾਨਾ ਜੀ ਕਹਿੰਦੇ ਆ ਵੀ ਤੁਸੀਂ ਜਗ ਨਾਇਕ ਹੋ, ਗਤ ਦਾਇਕ ਹੋ, ਮੋਹ ਦਾ ਨਾਸ਼ ਪਖੰਡ ਦਾ ਨਾਸ਼ ਕਰਨ ਵਾਲੇ ਹੋ। ਮੇਰੇ ਅਵਗਣ ਬਖਸ਼ ਦਿਓ। ਨਾਮ ਲਏ ਤਬ ਨਾ ਜਮ ਫੰਦੂ, ਜਿਹੜੇ ਨਾਮ ਲੈਂਦੇ ਆ, ਨਾਮ ਜਪਦੇ ਆ, ਉਹਨਾਂ ਨੂੰ ਕਦੇ ਵੀ ਜਮਾਂ ਦੀ ਫਾਹੀ ਨਹੀਂ ਪੈਂਦੀ ਹੈ। ਅਨਜਾਨ ਪੁਨੇ ਬਚ ਬੋਲੇ ਸਨਮੁਖ, ਗੁਰੂ ਨਾਨਕ ਸਾਹਿਬ ਜੀ ਮੈਂ ਅਣਜਾਣ ਪੁਣੇ ਵਿੱਚ ਤੁਹਾਡੇ ਸਨਮੁਖ ਪਤਾ ਨਹੀਂ ਕਈ ਵਾਰ ਕਿਹੜੇ ਬੋਲ ਜਾਂਦਾ ਸਾਂ। ਭੁੱਖ ਬੜੀ ਸਤਾਉਂਦੀ ਸੀ ਅੰਦਰੋਂ, ਜਦੋਂ ਪਿਆਸ ਹੱਦ ਨਾਲੋਂ ਵੱਧ ਹੋ ਜਾਂਦੀ ਸੀ ਤੇ ਮੈਂ ਜਦੋਂ ਜਾਣਾ ਹੁੰਦਾ ਸੀ ਤੇ ਤੁਸੀਂ ਰੋਕਦੇ ਸੀ, ਮੈਂ ਤੁਹਾਡੇ ਸਨਮੁਖ ਖਲੋ ਕੇ ਕਿੰਨਾ ਕੁਝ ਕਹਿ ਜਾਂਦਾ ਸੀ। ਪਰ ਮੇਰੇ ਉਹ ਬੋਲੇ ਹੋਏ ਬੋਲ ਅੱਜ ਮੈਨੂੰ ਤੁਸੀਂ ਬਖਸ਼ ਦਿਓ। ਮੇਰੇ ਅਵਗਣ ਜਿਹੜੇ ਨੇ ਬਖਸ਼ ਕੇ ਕਿਰਪਾ ਕਰੋ ਦੀਨ ਕੇ ਦਾਤੇ। ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ, ਨਾ ਮੇਰਾ ਗੁਣ ਵੇਖੋ ਨਾ ਮੇਰਾ ਅਵਗਣ ਵੇਖੋ, ਬਸ ਆਪਣੀ ਕਿਰਪਾ ਕਰੋ। ਕਿਉਂਕਿ ਜੇ ਗੁਣ ਅਵਗਣ ਵੇਖਣ ਬੈਠ ਗਏ ਫਿਰ ਗੁਣ ਤਾਂ ਨਿਕਲਣੇ ਨਹੀਂ, ਅਵਗਣ ਹੀ ਅਵਗਣ ਨਿਕਲਣੇ ਨੇ। ਸਭ ਅਵਗਣ, ਮੈਂ ਗੁਣ ਨਹੀਂ ਕੋਈ, ਫਿਰ ਗੁਣ ਕੋਈ ਨਹੀਂ ਨਿਕਲਣਾ, ਅਵਗਣ। ਤੇ ਜੇ ਅਵਗਣ ਨਿਕਲਣੇ ਫਿਰ ਤੁਹਾਡੀ ਕਿਰਪਾ ਨਹੀਂ ਮੈਨੂੰ ਮਿਲਣੀ। ਇਸ ਲਈ ਜਦੋਂ ਤੁਸੀਂ ਤਰਸ ਕਰੋ, ਜਦੋਂ ਤੁਸੀਂ ਦਇਆ ਕਰੋ, ਕਿਰਪਾ ਕਰੋ ਸਾਡੇ ਤੇ ਸਾਡਾ ਗੁਣ ਅਵਗਣ ਨਾ ਵੇਖਿਓ, ਬਸ ਆਪਣੀ ਕਿਰਪਾ ਕਰਕੇ ਸਾਨੂੰ ਨਿਵਾਜ ਦਿਓ। ਇੱਥੇ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਖਿਮਾ ਕਰੋ, ਬਖਸ਼ ਦਿਓ ਅਵਗਣ। ਕਈ ਵਾਰ ਤੁਹਾਡੇ ਸਨਮੁਖ ਹੋ ਕੇ ਅਣਜਾਣੇ ਦੇ ਵਿੱਚ ਮੈਂ ਬੜੇ ਬੋਲ ਜਿਹੜੇ ਉਹ ਬੋਲ ਬੈਠਾ ਸਾਂ। ਪਾਲਕ ਕਾਲ ਸੰਸਾਰ ਗੋਬਿੰਦੂ, ਤੁਸੀਂ ਹੀ ਸਾਰੇ ਸੰਸਾਰ ਦੇ ਪਾਲਣਹਾਰ ਹੋ, ਤੁਸੀਂ ਹੀ ਪ੍ਰਤਪਾਲਕ ਹੋ, ਤੁਸੀਂ ਹੀ ਗੋਬਿੰਦੋ ਦਾ ਅਰਥ ਹੈ ਸਾਰੇ ਜੀਆਂ ਦੀ ਸੰਭਾਲ ਕਰਨ ਵਾਲੇ ਹੋ। ਕਿਉਂਕਿ ਹੁਣ ਨਾਨਕ ਜੀ ਨਿਰੰਕਾਰ ਦਾ ਰੂਪ ਦਿਸਦੇ ਪਏ ਆ, ਹੁਣ ਉਹ ਅਕਾਲ ਦਾ ਰੂਪ ਦਿਸਦੇ ਪਏ ਆ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ, ਖਸਮ ਹਮਾਰੇ ਨਿਮਕ ਨਿਮਕ ਤੁਮ ਹੀ ਪ੍ਰਤਪਾਲੋ, ਹਮ ਬਾਰਿਕ ਤੁਮਰੇ ਤਾਰੇ। ਹੇ ਵਾਹਿਗੁਰੂ ਜੀ ਪਾਲਕ ਪਾਲ ਸੰਸਾਰ, ਤੁਸੀਂ ਸੰਸਾਰ ਦੇ ਜੀਆਂ ਨੂੰ ਪਾਲਣ ਵਾਲੇ ਹੋ। ਗੋਬਿੰਦੋ ਸਾਰੀਆਂ ਜੀਆਂ ਦੀ ਸੰਭਾਲ ਕਰਨ ਵਾਲੇ ਹੋ। ਜੋ ਸੁਣ ਕੇ ਹਰ ਖਾਏ ਗੁਰੂ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਭਾਈ ਮਰਦਾਨਾ ਜੀ ਦੇ ਮੁਖਾਰ ਬਿੰਦ ਤੋਂ ਇਹ ਬੋਲ ਸੁਣੇ ਤੇ ਸਤਿਗੁਰੂ ਜੀ ਮੁਸਕਰਾ ਪਏ। ਮੁਖ ਵਾਕ ਅਲਾਏ ਸੁਨਾਵਤ ਤਾਹੀ, ਆਪਣੇ ਮੁਖਾਰ ਬਿੰਦ ਤੋਂ ਗੁਰੂ ਨਾਨਕ ਸਾਹਿਬ ਜੀ ਇਸ ਤਰ੍ਹਾਂ ਬੋਲ ਕੇ ਸੁਣਾਉਂਦੇ ਹਨ। ਜੋ ਤੁਮ ਬੂਝਤ ਹੋ ਹਮ ਸੋ ਪਛਚਾਇਤ, ਸਾਹਿਬ ਜੀ ਕਹਿੰਦੇ ਜੋ ਤੁਮ ਬੂਝਤ ਹੋ ਹਮ ਸੋ, ਕਿ ਜੋ ਭਾਈ ਮਰਦਾਨਾ ਜੀ ਤੂੰ ਮੇਰੇ ਕੋਲੋਂ ਪੁੱਛਦਾ ਹੈ, ਜੋ ਮੇਰੇ ਕੋਲੋਂ ਪੁੱਛਦਾ ਮੈਂ ਤੈਨੂੰ ਉਸੇ ਤਰ੍ਹਾਂ ਜਵਾਬ ਦੇਣਾ। ਜੋ ਮਨ ਵਿੱਚ ਸ਼ੰਕਾ ਹੁੰਦੀ ਹੈ ਉਹ ਸ਼ੰਕਾ ਨੂੰ ਮਿਟਾਉਣ ਦਾ ਯਤਨ ਮੈਂ ਹਰ ਵੇਲੇ ਜਿਹੜਾ ਉਹ ਕਰਦਾ ਹਾਂ। ਪਛਚਾਤ ਕਥਾ ਹੋਏ ਸੇ ਜਗ ਮਾਹੀ, ਹੱਸ ਕੇ ਪਤਾ ਕੀ ਕਹਿੰਦੇ ਭਾਈ ਮਰਦਾਨਿਆ ਆਪਣੇ ਪਛਾਤ ਆਪਣੇ ਮਗਰੋਂ ਇਹ ਕਥਾਵਾਂ ਸੁਣਿਆ ਕਰਨਗੇ। ਆਪਣੇ ਮਗਰੋਂ ਇਹ ਕਥਾ, ਮਗਰੋਂ ਦਾ ਮਤਲਬ ਇਹ ਨਹੀਂ ਕਿ ਗੁਰੂ ਨਾਨਕ ਸਾਹਿਬ ਜੀ ਚਲੇ ਗਏ ਨੇ, ਨਹੀਂ। ਗੁਰੂ ਨਾਨਕ ਸਾਹਿਬ ਪ੍ਰਤੱਖ ਬਿਰਾਜਮਾਨ ਨੇ ਗੁਰੂ ਗ੍ਰੰਥ ਸਾਹਿਬ, 10 ਪਾਤਸ਼ਾਹੀਆਂ ਦੀ ਜੋਤ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਗੁਰੂ ਨਾਨਕ ਸਾਹਿਬ ਦਾ ਸ਼ਬਦ ਜਦੋਂ ਆਪਾਂ ਸੁਣਦੇ ਹਾਂ ਹੁਕਮ ਵਿੱਚੋਂ ਗੁਰੂ ਨਾਨਕ ਸਾਹਿਬ ਹੀ ਬੋਲਦੇ ਨੇ। ਇਹਦਾ ਮਤਲਬ ਇਹ ਨਹੀਂ ਵੀ ਗੁਰੂ ਸਾਹਿਬ ਚਲੇ ਗਏ, ਉਹ ਤਾਂ ਹਾਸੇ ਵਿੱਚ ਕਹਿੰਦੇ ਵੀ ਜਦੋਂ ਆਪਣੇ ਮਗਰੋਂ ਇਹ ਜਦੋਂ ਕਥਾਵਾਂ ਸੁਣਿਆ ਕਰਨਗੇ। ਜੇ ਪੜ ਹੈ ਸੁਨ ਹੈ ਤਿਨ ਕੋ, ਕਹਿੰਦੇ ਜਿਹੜੇ ਇਹਨੂੰ ਪੜ੍ਹ ਹੈ ਸੁਣ ਹੈ, ਜਿਹੜੇ ਇਹਨੂੰ ਪੜ੍ਹਨ ਸੁਣਨਗੇ। ਮਨ ਹੈ ਸੇ ਸੁਭ ਮਾਰਗ ਪਾਹੀ, ਤੇ ਜਿਹੜੇ ਕਹਿੰਦੇ ਨੇ ਮੰਨਣਗੇ ਵੀ, ਸੁਣ ਕੇ ਪੜ੍ਹ ਕੇ ਮੰਨਣਗੇ ਵੀ। ਹੁਣ ਬਹੁਤ ਨੇ ਤੁਹਾਡੇ ਵਿੱਚ ਵੀ ਐਸੇ ਤੇ ਮੀਡੀਆ ਰਾਹੀਂ ਵੀ ਜਿੱਥੇ ਤੱਕ ਕੋਈ ਟਿਕਿਆ ਹੋਇਆ ਬੈਠਾ ਇਤਿਹਾਸ ਸੁਣ ਰਿਹਾ, ਉਹ ਕਹਿੰਦੇ ਇਤਿਹਾਸ ਸੁਣ ਕੇ ਸਾਡੀ ਜ਼ਿੰਦਗੀ ਬਦਲ ਗਈ ਹੈ, ਸਾਡਾ ਜੀਵਨ ਬਦਲ ਗਿਆ, ਸਾਡੀ ਸੋਚ ਬਦਲ ਗਈ ਹੈ, ਸਾਡੇ ਰਾਹ ਬਦਲ ਗਏ ਨੇ, ਸਾਡੀਆਂ ਆਦਤਾਂ ਬਦਲ ਗਈਆਂ ਨੇ। ਬਹੁਤ ਐਸੇ ਪਿਆਰ ਵਾਲੇ ਰੂਹਾਂ ਮਿਲਦੀਆਂ ਨੇ ਜਿਹੜੀਆਂ ਆਪਣੇ ਮੁਖ ਤੋਂ ਆਪ ਕਹਿੰਦੀਆਂ ਨੇ ਕਿ ਜਦੋਂ ਦਾ ਇਤਿਹਾਸ ਸੁਣਿਆ ਸਾਨੂੰ ਮਿਲਦਾ ਬੜਾ ਕੁਝ ਹੈ, ਔਰ ਬੜਾ ਕੁਝ ਮਿਲਿਆ, ਇੰਨਾ ਕੁਝ ਮਿਲਿਆ ਕਿ ਸਾਡੀਆਂ ਬੁਰੀਆਂ ਆਦਤਾਂ ਛੁੱਟ ਗਈਆਂ, ਮਾੜੀ ਸੰਗਤ ਛੁੱਟ ਗਈ ਹੈ, ਮਾੜੇ ਰਾਹ ਛੁੱਟ ਗਏ ਸਾਡੇ ਕੋਲੋਂ। ਤੇ ਗੁਰੂ ਸਾਹਿਬ ਨੇ ਆਪ ਆਖਿਆ, ਕਹਿੰਦੇ ਜਿਹੜੇ ਪੜਨਗੇ ਸੁਣਨਗੇ ਤੇ ਮੰਨਣਗੇ ਸ਼ੁਭ ਮਾਰਗ ਪਾਹੀ। ਸ਼ੁਭ ਮਾਰਗ ਉਹ ਨੇਕ ਮਾਰਗ ਤੇ ਚੰਗੇ ਮਾਰਗ ਤੇ ਚੱਲਣ ਵਾਲੇ ਹੋਵਣਗੇ। ਹੋਹਰ ਖਾਵਿਤ ਹੋ ਤੁਮ ਬੂਝਤ, ਕਹਿੰਦੇ ਭਾਈ ਮਰਦਾਨਾ ਜੀ ਤੂੰ ਜੋ ਵੀ ਮੇਰੇ ਕੋਲੋਂ ਪੁੱਛਦਾ ਮੈਂ ਤੈਨੂੰ ਉਹਦਾ ਜਵਾਬ ਦਿੰਦਾ ਹਾਂ। ਔਰ ਵਿਚਾਰ ਕਰੋ ਕੁਛ ਨਹੀਂ, ਇਸ ਤਰ੍ਹਾਂ ਤੇਰੇ ਮਨ ਦੀ ਸੰਤੁਸ਼ਟੀ ਕਰਵਾ ਦਿੰਦਾ ਕਿ ਤੂੰ ਉਸ ਤੋਂ ਬਾਅਦ ਕੋਈ ਹੋਰ ਵਿਚਾਰ ਕੋਈ ਹੋਰ ਸਵਾਲ ਕਰਦਾ ਹੀ ਨਹੀਂ ਹੈ, ਕਿਉਂਕਿ ਸੰਤੁਸ਼ਟੀ ਕਰਵਾ ਦਿੱਤੀ। ਮਨ ਇੰਨਾ ਅੰਦਰ ਸੰਤੁਸ਼ਟ ਕਰ ਦਿੱਤਾ ਕਿ ਦੁਬਾਰਾ ਕੋਈ ਹੋਰ ਸਵਾਲ ਕਰਨ ਦੀ ਜ਼ਰੂਰਤ ਹੀ ਨਹੀਂ ਪੈਂਦੀ। ਧਿਆਨ ਰੱਖਿਓ ਸਾਡੇ ਮਨਾਂ ਵਿੱਚ ਬੜੇ ਸਵਾਲ ਹੁੰਦੇ ਆ, ਐਸੇ ਵੀ ਤੁਹਾਡੇ ਵਿੱਚ ਬੈਠੇ ਆ ਜਿਹੜੇ ਕਹਿੰਦੇ ਅਸੀਂ ਘਰ ਤੋਂ ਚੱਲਦੇ ਹਾਂ, ਦਿਮਾਗ ਵਿੱਚ ਕਈ ਸਵਾਲ ਲੈ ਕੇ ਚੱਲਦੇ ਹਾਂ, ਪਰ ਜਦੋਂ ਹੀ ਅਸੀਂ ਗੁਰੂ ਘਰ ਦੇ ਵਿੱਚ ਆਉਂਦੇ ਹਾਂ, ਨਮਸਕਾਰ ਕਰਦੇ ਹਾਂ, ਬੈਠਦੇ ਹਾਂ ਤੇ ਕੀਰਤਨ ਵਿੱਚ ਸ਼ਬਦ ਐਸਾ ਚੱਲ ਰਿਹਾ ਹੁੰਦਾ ਹੈ ਕਿ ਉਹ ਸਵਾਲਾਂ ਦੇ ਜਵਾਬ ਮਿਲ ਜਾਂਦੇ ਨੇ, ਮੁੜ ਕੇ ਸਵਾਲ ਕਰਨ ਦੀ ਹਿੰਮਤ ਹੀ ਨਹੀਂ ਪੈਂਦੀ, ਮਨ ਸੰਤੁਸ਼ਟ ਹੋ ਜਾਂਦਾ ਹੈ। ਤੇ ਕਈ ਵਾਰ ਕਥਾ ਵਿੱਚ ਹੀ ਕੋਈ ਗੱਲ ਐਸੀ ਆ ਜਾਂਦੀ ਹੈ ਸਾਨੂੰ ਜਵਾਬ ਮਿਲ ਜਾਂਦਾ ਹੈ, ਉਸ ਤੋਂ ਬਾਅਦ ਸਵਾਲ ਕਰਨ ਦੀ ਲੋੜ ਹੀ ਨਹੀਂ ਪੈਂਦੀ। ਇਹ ਪ੍ਰੈਕਟੀਕਲ ਹੁੰਦਾ ਹੈ, ਇਹ ਗੱਲਾਂ ਕੇਵਲ ਕਹਿਣ ਤੇ ਸੁਣਨ ਲਈ ਨਹੀਂ, ਪ੍ਰੈਕਟੀਕਲ ਹੁੰਦਾ ਹੈ। ਜਿਨ੍ਹਾਂ ਦੇ ਜੀਵਨ ਵਿੱਚ ਇਸ ਤਰ੍ਹਾਂ ਵਾਪਰਦਾ ਉਹ ਕਹਿੰਦੇ ਨੇ ਕਿ ਅਸੀਂ ਦਿਮਾਗ ਵਿੱਚ ਕਈ ਸਵਾਲ ਲੈ ਕੇ ਆਏ ਸਾਂ, ਪਰ ਜਦੋਂ ਇੱਥੇ ਆਏ ਤੇ ਸਵਾਲ ਕਰਨ ਦੀ ਲੋੜ ਹੀ ਨਹੀਂ ਪਈ, ਕੀਰਤਨ ਤੇ ਕਥਾ ਵਿੱਚੋਂ ਹੀ ਸਾਨੂੰ ਜਵਾਬ ਮਿਲ ਗਿਆ।
ਔਰ ਐਸਾ ਜਵਾਬ ਮਿਲਿਆ ਤੇ ਮੁੜ ਕੇ ਸਵਾਲ ਦੂਜਾ ਕਰਨ ਦੀ ਵੀ ਜ਼ਰੂਰਤ ਨਹੀਂ ਪਈ। ਹੁਣ ਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਜੋ ਸਵਾਲ ਕੀਤਾ ਉਹਦਾ ਜਵਾਬ ਦਿੱਤਾ, ਔਰ ਵਿਚਾਰ ਕਰ ਕੁਛ ਨਹੀਂ, ਫਿਰ ਉਸ ਤੋਂ ਬਾਅਦ ਕੋਈ ਹੋਰ ਵਿਚਾਰ ਅੰਦਰ ਬਣਦੀ ਨਹੀਂ ਹੈ। ਸੋ ਸਿੱਖ ਜਾਨ ਭਲੇ ਹੈ ਪ੍ਰਵੀਨ, ਉਹ ਸਿੱਖ ਬੜੇ ਚੰਗੇ ਭਲੇ ਹਨ ਸੰਦੇਹ ਹਿਰਦੇ ਗੁਰ ਬੂਝਤ ਜੋ। ਜਿਹੜੇ ਗੁਰੂ ਸਾਹਿਬ ਕੋਲ ਆਉਂਦੇ ਨੇ ਸਵਾਲ ਲੈ ਕੇ, ਸ਼ੰਕਾ ਲੈ ਕੇ, ਤੇ ਗੁਰੂ ਸਾਹਿਬ ਜੀ ਉਹਨਾਂ ਦੇ ਅੰਦਰ ਦੀ ਸ਼ੰਕਾ ਨੂੰ ਮਿਟਾ ਦਿੰਦੇ ਨੇ। ਉਹ ਜਿਹੜੇ ਸ਼ੰਕਾ ਨੂੰ ਮਿਟਾ ਕੇ ਸ਼ਰਧਾ ਅੰਦਰ ਧਾਰ ਲੈਂਦੇ ਆ, ਉਹ ਸਿੱਖ ਬੜੇ ਭਲੇ ਹਨ। ਸੰਕਟ ਜੈ ਮਨ ਹੋਏ ਨਿਸੰਕ, ਜਿਹੜਾ ਮਨ ਸ਼ੰਕਾ ਦੇ ਵਿੱਚ ਆਉਂਦਾ ਹੈ ਤੇ ਸ਼ਰਧਾ ਲੈ ਕੇ ਗੁਰੂ ਸਾਹਿਬ ਦੇ ਘਰੋਂ ਜਾਂਦਾ ਹੈ, ਸੋ ਸਿੱਖ ਜਾਨ ਭਲੇ ਹੈ। ਉਹ ਕਹਿੰਦੇ ਨੇ ਉਹ ਭਲੇ ਨੇ, ਉਹ ਗੁਰੂ ਕੇ ਪਿਆਰੇ। ਬਿਨੇ ਕਰਕੇ ਨਿਰਸੰਸਤ ਸੋ, ਜਿਹੜੇ ਆ ਕੇ ਗੁਰੂ ਸਾਹਿਬ ਕੋਲ ਬੇਨਤੀ ਕਹਿਣ ਤੋਂ ਭਾਵ ਕਿ ਜੇ ਤਾਂ ਗੁਰੂ ਪੂਰਾ ਹੋਏਗਾ ਫਿਰ ਤੇ ਤੁਹਾਨੂੰ ਹਰ ਸਵਾਲ ਦਾ ਜਵਾਬ ਮਿਲੇਗਾ, ਤੇ ਜੇ ਹੋਏਗਾ ਗੁਰੂ ਅਧੂਰਾ ਤੇ ਫਿਰ ਤੁਹਾਨੂੰ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਮਿਲੇਗਾ। ਇਸੇ ਕਰਕੇ ਕਬੀਰ ਜੀ ਨੇ ਇੱਕ ਬੜੀ ਵੱਡੀ ਚੋਟ ਦੇ ਕੇ ਆਖਿਆ ਸੀ, ਕਹਿਣ ਲੱਗੇ ਕਬੀਰ ਮਾਏ ਮੁੰਡੋਂ ਤੈ ਗੁਰੂ ਕੀ। ਮੈਂ ਉਸ ਗੁਰੂ ਦੇ ਮਾਂ ਦਾ ਸਿਰ ਹੀ ਮੁੰਡਦੀਆਂ। ਮਾਂ ਦਾ ਮਤਲਬ ਇਹ ਪਿਛਲੇ ਦਿਨ ਵੀ ਜ਼ਿਕਰ ਕੀਤਾ ਸੀ ਵੀ ਕੋਈ ਗੁਰੂ ਬਣ ਕੇ ਢੋਂਗੀ ਬਣ ਕੇ ਬੈਠਾ, ਉਹਦੀ ਮਾਂ ਦਾ ਕੀ ਕਸੂਰ ਹੈ। ਜਿਵੇਂ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਜਿਨ ਹਰ ਹਿਰਦੇ ਨਾਮ ਨਾ ਵਸਿਓ ਤਿਨ ਮਾਤ ਕੀਜੈ ਹਰ ਬਾਂਝਾ। ਏਡੀ ਵੱਡੀ ਗੱਲ ਗੁਰੂ ਰਾਮਦਾਸ ਜੀ ਕਹਿ ਰਹੇ ਆ ਵੀ ਜੇ ਕਿਸੇ ਦੇ ਹਿਰਦੇ 'ਚ ਨਾਮ ਨਹੀਂ ਵਸਿਆ ਉਹਦੀ ਮਾਂ ਬਾਂਝ ਨਹੀਂ। ਇੱਥੇ ਮਾਂ ਦਾ ਅਰਥ ਸਮਝ ਕੇ ਚੱਲਣਾ ਪੈਣਾ। ਇੱਥੇ ਮਾਂ ਦਾ ਅਰਥ ਹੈ ਮਤ। ਕਹਿੰਦੇ ਜਿਹੜਾ ਆਪਣੇ ਆਪ ਨੂੰ ਗੁਰੂ ਬਣਾ ਕੇ ਬੈਠਾ ਨਾ ਢੋਂਗੀ, ਮੈਂ ਉਹਦੀ ਮਤ ਖਤਮ ਕਰ ਦਿਆਂ ਅੰਦਰੋਂ। ਜਿਹੜਾ ਉਹਨੂੰ ਆਪਣੇ ਆਪ ਨੂੰ ਭੁਲੇਖਾ ਪਾ ਕੇ ਬੈਠਾ ਵੀ ਮੈਂ ਗੁਰੂ ਹਾਂ। ਕਬੀਰ ਮਾਏ ਮੁੰਡੋਂ ਦਾ ਅਰਥ ਹੈ ਉਹਦੀ ਮਤ ਨੂੰ ਖਤਮ ਕਰ ਦਿਆਂ। ਉਸ ਗੁਰੂ ਦੀ ਜਾਂ ਤੇ ਭਰਮ ਨਾ ਜਾਏ, ਜਿਸ ਗੁਰੂ ਕੋਲ ਆ ਕੇ ਸ਼ੰਕਾ ਨਾ ਖਤਮ ਹੋ ਸਕੇ, ਭਰਮ ਨਾ ਖਤਮ ਹੋ ਸਕੇ। ਆਪ ਡੂਬੇ ਚਾਹੋ ਵੇਦ ਮੈਂ ਚੇਲੇ ਦੀਏ ਬਹਾਏ, ਜਿਹੜੇ ਆਪ ਵੀ ਡੁੱਬ ਗਏ ਚੇਲਿਆਂ ਨੂੰ ਵੀ ਰੋੜ ਕੇ ਲੈ ਗਏ। ਮੈਂ ਐਸੇ ਗੁਰੂ ਦਾ ਜਿਹੜਾ ਭਰਮ ਪੈਦਾ ਹੋ ਗਿਆ ਨਾ ਮਤ ਵਿੱਚ, ਉਸ ਮਤ ਵਿੱਚੋਂ ਭਰਮ ਨੂੰ ਹੀ ਮੈਂ ਖਤਮ ਕਰ ਦਿਆਂ। ਅਸਲ 'ਚ ਕਬੀਰ ਜੀ ਇਹ ਸਮਝਾ ਰਹੇ ਨੇ। ਤਾਂ ਗੁਰੂ ਸਾਹਿਬ ਮਹਾਰਾਜ ਜੀ ਵੀ ਇਹੀ ਸਮਝਾਉਂਦੇ ਨੇ ਕਿ ਭਾਈ ਮਰਦਾਨਾ ਜੀ ਤੁਸੀਂ ਜੋ ਸਵਾਲ ਕਰਦੇ ਹੋ ਤੁਹਾਨੂੰ ਜਵਾਬ ਮਿਲਦਾ ਹੈ, ਜਿਹੜਾ ਅਧੂਰਾ ਹੁੰਦਾ ਹੈ ਉਹਦੇ ਸਿੱਖ ਵੀ ਅਧੂਰੇ ਹੀ ਰਹਿ ਜਾਂਦੇ ਨੇ। ਇਸ ਤਰ੍ਹਾਂ ਬਾਤਾਂ ਕਰਦੇ ਆ ਸਦਾ ਲਈ ਅੰਦਰ ਤ੍ਰਿਸ਼ਨਾ ਤੇ ਭੁੱਖ ਨੂੰ ਮਿਟਾ ਕੇ ਸਤਿਗੁਰੂ ਜੀ ਹੁਣ ਸਮੇਰ ਪਰਬਤ ਨੂੰ ਚਾਲੇ ਪਾਉਣਗੇ। ਸਿੱਧ ਮੰਡਲੀ ਨਾਲ ਕਿਵੇਂ ਮੁਲਾਕਾਤਾਂ ਹੋਣਗੀਆਂ ਉਹ ਅਗਲੇਰੇ ਪ੍ਰਸੰਗ ਵਿੱਚ ਆਪ ਜੀ ਸਰਵਣ ਕਰਿਓ। ਅੱਜ ਦਾ ਸਮਾਂ ਸਮਾਪਤ ਹੈ। ਅਰਦਾਸ ਕਰੀਏ ਗੁਰੂ ਪਾਤਸ਼ਾਹ ਤੁਹਾਡੇ ਚਰਨਾਂ ਵਿੱਚ ਆਏ ਹਾਂ, ਆਪਣੀ ਆਪਣੀ ਮੱਤ ਛੱਡ ਕੇ, ਤੁਹਾਡੀ ਮੱਤ ਲੈ ਕੇ ਅਸੀਂ ਨਾਮ ਦੇ ਰੰਗ ਵਿੱਚ ਰੰਗ ਕੇ, ਇਹ ਨਾਮ ਦਾ ਰਸ ਲੈ ਕੇ ਅਸੀਂ ਵੀ ਆਪਣੇ ਅੰਦਰ ਦੀ ਭੁੱਖ ਪਿਆਸ ਸਦਾ ਲਈ ਮਿਟਾਉਣਾ ਚਾਹੁੰਦੇ ਹਾਂ ਤੇ ਮਨ ਸੰਤੁਸ਼ਟ ਕਰਨਾ ਚਾਹੁੰਦੇ ਹਾਂ, ਮਨ ਰਾਜੀ ਕਰਨਾ ਚਾਹੁੰਦੇ ਹਾਂ। ਇਹ ਦੁੱਖ ਸੁੱਖ ਦੇ ਵਿੱਚ ਮਨ ਟਿਕਿਆ ਰਹੇ ਸਾਡਾ, ਇਸ ਲਈ ਕਿਰਪਾ ਕਰ ਦਿਓ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਅਰਦਾਸ ਕਰੀਏ ਤਾਂ ਕਿ ਦਿਨ ਰਾਤ ਮਨ ਸੁਰਤ ਕਰਕੇ ਮਾਲਕ ਦੇ ਗੁਣ ਗਾਉਂਦੇ ਹਾਂ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦੇ ਹਾਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਮਿਹਰ ਦਾ ਹੱਥ ਰੱਖਣ, ਸਭਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।